ਸ਼ੇਰੀ ਪੰਜਾਬ AM 600 ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਹ ਹੈ ਦ ਨਵਜੋਤ ਢਿੱਲੋਂ ਸ਼ੋਅ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੀ ਹਾਂ। ਅੱਜ ਹੈ ਸ਼ੁੱਕਰਵਾਰ ਅਤੇ ਸ਼ੁੱਕਰਵਾਰ ਦਾ ਜਿਹੜਾ ਸਿਲਸਿਲਾ ਹੁੰਦਾ ਇਸ ਸ਼ੋਅ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ, ਅਸੀਂ ਚਾਹੇ ਕਲਾ ਦੇ ਖੇਤਰ ਦੀ ਗੱਲ ਕਰਦੇ ਹਾਂ, ਸੱਭਿਆਚਾਰ ਦੇ ਖੇਤਰ ਦੀ ਗੱਲ ਕਰਦੇ ਹਾਂ ਜਾਂ ਸਾਹਿਤ ਦੇ ਖੇਤਰ ਦੀ ਗੱਲ ਕਰਦੇ ਹਾਂ। ਪਿਛਲੇ ਹਫ਼ਤੇ ਜਿਹੜੀ ਸਾਡੀ ਗੱਲਬਾਤ ਹੋਈ ਸੀ ਉਹ ਰਾਜਵੰਤ ਰਾਜ ਉਹਨਾਂ ਦੇ ਨਾਲ ਹੋਈ ਸੀ, ਜਿਹੜੇ ਗਜ਼ਲ ਗੋ ਨੇ। ਅਤੇ ਅੱਜ ਇੱਕ ਵਾਰੀ ਫਿਰ ਗੱਲ ਲਿਟਰੇਚਰ ਦੀ ਹੀ ਕਰਨੀ ਹੈ, ਪਰ ਥੋੜ੍ਹੇ ਵੱਖਰੇ ਅੰਦਾਜ਼ ਦੇ ਵਿੱਚ। ਤੁਹਾਨੂੰ ਸ਼ਾਇਦ ਯਾਦ ਹੋਣਾ ਕਿ ਮੈਂ ਇਸ ਪ੍ਰੋਗਰਾਮ ਦੇ ਵਿੱਚ ਇੱਕ ਸਿਲਸਿਲਾ ਸ਼ੁਰੂ ਕੀਤਾ ਹੋਇਆ ਕਿ ਹਰ ਮਹੀਨੇ ਘੱਟੋ ਘੱਟ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਤਾਬ ਦੀ ਗੱਲ ਜ਼ਰੂਰ ਚੱਲਦੀ ਰਹਿਣੀ ਚਾਹੀਦੀ ਹੈ। ਆਪਣੇ ਸਾਰੇ ਸੁਣਨ ਵਾਲਿਆਂ ਨੂੰ ਮੈਂ ਹਮੇਸ਼ਾ ਇਸ ਗੱਲ ਦੇ ਲਈ ਜ਼ੋਰ ਪਾਉਂਦੀ ਰਹੀ ਹਾਂ ਜਦੋਂ ਦਾ ਇਹ ਪ੍ਰੋਗਰਾਮ ਸ਼ੁਰੂ ਕੀਤਾ ਕਿ ਕੁਝ ਪੜ੍ਹਿਆ ਜਾਣਾ ਚਾਹੀਦਾ ਹੈ। ਥੋੜ੍ਹਾ ਬਹੁਤ ਭਾਵੇਂ 2-4 ਪੇਜ ਹੀ ਕਿਸੇ ਕਿਤਾਬ ਦੇ ਆਪਾਂ ਰੋਜ਼ ਪੜ੍ਹਦੇ ਹਾਂ, ਜ਼ਰੂਰ ਕੁਝ ਨਾ ਕੁਝ ਸਿੱਖਦੇ ਹੈਗੇ ਹਾਂ। ਅਤੇ ਉਸ ਗੱਲ ਦੇ ਲਈ ਜ਼ੋਰ ਦਿੰਦੀ ਨੇ ਮੈਂ ਤੁਹਾਨੂੰ ਇਹ ਕਿਹਾ ਸੀ ਕਿ ਮੈਂ ਇਸ ਪ੍ਰੋਗਰਾਮ ਦੇ ਵਿੱਚ ਲਿਸਨਰ ਰੀਡਰ ਜਿਹੜਾ ਹੈ ਉਹਨੂੰ ਪ੍ਰਮੋਟ ਕਰਨਾ ਚਾਹੁੰਦੀ ਹਾਂ। ਕੋਈ ਵੀ ਲਿਸਨਰ ਆ ਕੇ ਕੋਈ ਇਹੋ ਜਿਹੀ ਕਿਤਾਬ ਦਾ ਜ਼ਿਕਰ ਕਰੇ ਜਿਹੜੀ ਉਹਨੇ ਕਿਤਾਬ ਪੜ੍ਹੀ ਹੋਵੇ, ਜਿਸ ਕਿਤਾਬ ਨੇ ਉਹਨੂੰ ਪ੍ਰਭਾਵਿਤ ਕੀਤਾ ਹੋਵੇ, ਇੰਪਰੈਸ ਕੀਤਾ ਹੋਵੇ, ਅਤੇ ਉਹ ਇਹ ਗੱਲ ਮਹਿਸੂਸ ਕਰਦਾ ਹੋਵੇ ਕਿ ਇਹ ਕਿਤਾਬ ਹੋਰ ਲੋਕਾਂ ਨੂੰ ਵੀ ਪੜ੍ਹਨੀ ਚਾਹੀਦੀ ਹੈ। ਇਹ ਨਹੀਂ ਕਿ ਕੋਈ ਵੀ ਤੁਸੀਂ ਕਿਤਾਬ ਚੁੱਕੀ, ਤੁਸੀਂ ਕਿਤਾਬ ਪੜ੍ਹ ਲਈ, ਤੁਸੀਂ ਸੋਚਿਆ ਕਿ ਵੀ ਆਪਾਂ ਚੱਲਦੇ ਹਾਂ ਰੇਡੀਓ 'ਤੇ ਗੱਲਾਂ ਬਾਤਾਂ ਕਰਦੇ ਹਾਂ ਇਸ ਕਿਤਾਬ ਬਾਰੇ। ਨਹੀਂ, ਉਹ ਕਿਤਾਬ ਜਿਹਨੇ ਤੁਹਾਨੂੰ ਇੰਪਰੈਸ ਕੀਤਾ, ਪ੍ਰਭਾਵਿਤ ਕੀਤਾ, ਅਤੇ ਤੁਸੀਂ ਉਹ ਕਿਤਾਬ ਦੂਜਿਆਂ ਨੂੰ ਵੀ ਸਿਫਾਰਿਸ਼ ਕਰਨੀ ਚਾਹੋ, ਇਸ ਪ੍ਰੋਗਰਾਮ ਦੇ ਵਿੱਚ ਉਹ ਕਿਤਾਬ ਪੜ੍ਹ ਕੇ ਤੁਸੀਂ ਐਜ਼ ਅ ਲਿਸਨਰ ਰੀਡਰ ਜ਼ਰੂਰ ਆ ਸਕਦੇ ਹੋ। ਆਪਾਂ ਉਸ ਕਿਤਾਬ ਬਾਰੇ ਗੱਲਾਂ ਬਾਤਾਂ ਕਰਾਂਗੇ, ਨਾਲ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਵੀ ਹੋਣਗੀਆਂ। ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਇਸ ਗੱਲ ਦੀ ਕਿ ਜਿਹੜਾ ਸਿਲਸਿਲਾ ਸਭ ਤੋਂ ਪਹਿਲਾਂ ਮੇਰੇ ਨਾਲ ਸਾਡੇ ਲਿਸਨਰ ਸ਼ੈਲੀ ਤੇਜਾ ਹੁਣਾਂ ਨੇ ਸ਼ੁਰੂ ਕੀਤਾ ਸੀ, ਹੁਣ ਤੱਕ ਉਹ 2 ਕਿਤਾਬਾਂ ਦੀ ਗੱਲ ਕਰ ਚੁੱਕੇ ਨੇ ਇਸ ਪ੍ਰੋਗਰਾਮ ਦੇ ਵਿੱਚ। ਪਰ ਉਹਨਾਂ ਨੇ ਖੁਦ ਇਹ ਗੱਲ ਕਹੀ ਹੈ, ਕਹਿੰਦੇ ਕਿ ਮੈਂ ਜਦੋਂ ਖੁੱਲ੍ਹਾ ਸੱਦਾ ਦਿੱਤਾ ਸੀ ਸੁਣਨ ਵਾਲਿਆਂ ਨੂੰ ਕਿ ਮੇਰੇ ਕੋਲ ਬਹੁਤ ਸਾਰੀਆਂ ਕਿਤਾਬਾਂ ਪਈਆਂ ਆ, ਮੈਂ ਜਿਹੜੀਆਂ ਪੜ੍ਹੀਆਂ ਹੋਈਆਂ, ਅਤੇ ਮੈਂ ਉਹ ਕਿਤਾਬਾਂ ਅਗਾਂਹ ਗਿਫਟ ਕਰਨਾ ਚਾਹੁੰਦਾ। ਅਤੇ ਉਹਨਾਂ ਕੋਲ ਕਈ ਸਾਡੇ ਸੁਣਨ ਵਾਲੇ ਪਹੁੰਚੇ, ਜਿਨ੍ਹਾਂ ਦੇ ਵਿੱਚੋਂ ਇੱਕ ਸਾਡੇ ਲਿਸਨਰ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਨੇ, ਜਿਨ੍ਹਾਂ ਨੇ ਉਹਨਾਂ ਦੇ ਕੋਲ ਇੱਕ ਕਿਤਾਬ ਲਈ, ਕਿਤਾਬ ਨੂੰ ਪੜ੍ਹਿਆ ਅਤੇ ਅੱਜ ਉਸ ਕਿਤਾਬ ਦਾ ਉਹ ਜ਼ਿਕਰ ਤੁਹਾਡੇ ਨਾਲ ਕਰਨਗੇ। ਸੁਖਵਿੰਦਰ ਧਾਲੀਵਾਲ ਜੀ ਸਾਡੇ ਅੱਜ ਦੇ ਲਿਸਨਰ ਰੀਡਰ ਨੇ। ਸੁਖਵਿੰਦਰ ਜੀ, ਸਵਾਗਤ ਹੈ। ਥੈਂਕ ਯੂ ਨਵਜੋਤ ਜੀ। ਸ਼ੇਰੇ ਪੰਜਾਬ ਔਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਹਾਡੀ ਬਦੌਲਤ ਮੈਂ ਮੋਟੀਵੇਟ ਹੋਇਆ ਕਿਤਾਬ ਪੜ੍ਹਨ ਨੂੰ। ਅਤੇ ਮੈਂ ਕਿਤਾਬ ਪੜ੍ਹੀ ਹੈ ਪੰਜਾਬੀਜ਼ ਐਂਡ ਪੰਜਾਬੀਅਤ ਖੁਸ਼ਵੰਤ ਸਿੰਘ ਬਾਰੇ, ਅਤੇ ਇਸ ਕਿਤਾਬ ਨੇ ਕਾਫੀ ਇੰਪਰੈਸ ਕੀਤਾ। ਇਹ ਸ਼ਾਰਟ ਕਿਤਾਬ ਹੈਗੀ ਆ, ਬੜੀ ਛੋਟੀ, ਔਰ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਬਈ ਰਾਈਟ ਫਰਮ ਬਿਗਨਿੰਗ ਪੰਜਾਬ ਕਿਸ ਤਰ੍ਹਾਂ ਫਾਰਮ ਹੋਇਆ, ਕਿਸ ਤਰ੍ਹਾਂ ਆਇਆ, ਔਰ ਉਸ ਤੋਂ ਬਾਅਦ ਪੰਜਾਬੀ ਕਿਹੜੇ ਉਹਦੇ 'ਚ ਆਏ, ਉਸ ਤੋਂ ਬਾਅਦ ਪੰਜਾਬੀਅਤ ਕਿੱਦਾਂ ਦੀ ਹੈ, ਕਿੱਦਾਂ ਦਾ ਸਾਡਾ ਕਲਚਰ ਹੈ, ਉਹ ਸਾਰਾ ਇਹ 'ਚ ਦੱਸਿਆ ਹੋਇਆ ਹੈਗਾ। ਅਤੇ ਇਹ ਕਿਤਾਬ ਨੂੰ ਅਗਰ ਅਨਨੋਨ ਬੰਦਾ ਅਗਰ ਪੰਜਾਬੀਅਤ ਬਾਰੇ ਜਾਣਨਾ ਚਾਹੁੰਦਾ ਤਾਂ ਉਹ ਅਗਰ ਪੜ੍ਹੇਗਾ ਤਾਂ ਉਹਨੂੰ ਸਾਰੀ ਪਿਕਚਰ ਉਹਦੇ ਸਾਹਮਣੇ ਆ ਜਾਏਗੀ ਕਿ ਪੰਜਾਬੀਜ਼ ਔਰ ਪੰਜਾਬੀਅਤ ਹੈ ਕੀ ਚੀਜ਼, ਔਰ ਪੰਜਾਬ ਦੇ ਵਿੱਚ ਕਿਹੜੇ ਅੱਛੇ ਰਿਨਾਊਂਡ ਰਾਈਟਰ, ਪੋਇਟ, ਸ਼ਾਇਰਸ ਹੋਏ ਨੇ, ਉਹ ਇਸ ਕਿਤਾਬ 'ਚ ਸ਼ਾਰਟ 'ਚ ਉਹ ਪੜ੍ਹ ਲਏਗਾ। ਅਸੀਂ ਇਸ ਕਿਤਾਬ ਬਾਰੇ ਜ਼ਰੂਰ ਗੱਲਬਾਤ ਕਰਨੀ ਚਾਹਾਂਗੇ। ਥੋੜ੍ਹੀਆਂ ਜਿਹੀਆਂ ਗੱਲਾਂ ਇਸ ਕਿਤਾਬ ਦੇ ਜਿਹੜੇ ਆਥਰ ਨੇ ਖੁਸ਼ਵੰਤ ਸਿੰਘ, ਉਹਨਾਂ ਬਾਰੇ ਵੀ ਆਪਾਂ ਅੱਜ ਦੇ ਇਸ ਪ੍ਰੋਗਰਾਮ 'ਚ ਗੱਲਬਾਤ ਕਰਾਂਗੇ। ਪਰ ਸੁਖਵਿੰਦਰ ਧਾਲੀਵਾਲ ਜੀ, ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਤੁਹਾਡੇ ਬਾਰੇ ਹੀ ਜਾਣਨਾ ਚਾਹੁੰਦੀ ਹਾਂ। ਸਾਡੇ ਸੁਣਨ ਵਾਲੇ ਉਤਸੁਕ ਹੋਣਗੇ ਕਿ ਤੁਹਾਡੀ ਬੈਕਗਰਾਊਂਡ ਕੀ ਹੈ, ਕਦੋਂ ਤੋਂ ਤੁਸੀਂ ਪੜ੍ਹਨ ਦਾ ਸ਼ੌਕ ਰੱਖਦੇ ਰਹੇ ਹੋ, ਕਿਹੋ ਜਿਹਾ ਤੁਸੀਂ ਪੜ੍ਹਦੇ ਹੋ? ਪੜ੍ਹਨ ਦਾ ਸ਼ੌਕ, ਮੈਂ ਸੱਚਾਈ ਕਹਾਂ ਕਿ ਬਈ ਮੈਨੂੰ ਮੋਟੀਵੇਟ ਜ਼ਿਆਦਾਤਰ ਤਾਂ ਇੱਥੋਂ ਹੋਇਆ ਤੁਹਾਡੇ ਪ੍ਰੋਗਰਾਮ ਤੋਂ ਬਾਅਦ। ਓਨੈਸਟਲੀ ਦੱਸਿਓ, ਇਹ ਨਹੀਂ ਹੈ ਕਿ ਅੱਜ ਤੁਸੀਂ ਇਸ ਪ੍ਰੋਗਰਾਮ 'ਚ ਬੈਠੇ ਹੋ ਅਤੇ ਤੁਸੀਂ ਇਹ ਗੱਲ ਕਹਿ ਜਾਓ। ਤੁਸੀਂ ਤੇਜਾ ਸਿੰਘ ਨੂੰ ਹੀ ਪੁੱਛ ਲਿਓ, ਤੇਜਾ ਜੀ ਨੂੰ, ਸ਼ੈਲੀ ਤੇਜਾ ਜੀ ਨੂੰ, ਕਿ ਬਈ ਕਿਸ ਤਰ੍ਹਾਂ ਔਰ ਕਿੰਨਾ ਮੈਂ ਮੋਟੀਵੇਟ ਹੋ ਕੇ ਇੱਥੋਂ ਮੈਂ ਐਬਸਫੋਰਡ ਤੱਕ ਜਾਣਾ ਹੈ। ਅੱਛਾ, ਤੁਸੀਂ ਜਾਣ ਸਕਦੇ ਹੋ ਕਿ ਉਸ ਬੰਦਾ ਜਿਹੜਾ ਆਪਣੇ ਮਤਲਬ ਸੀਨੀਅਰ ਨੂੰ ਜਾਂ ਉਪਾਸਕ ਕਰਨ ਵਾਸਤੇ ਇੰਨੀ ਦੂਰ ਤੱਕ ਜਾਂਦਾ ਤਾਂ ਕੋਈ ਇੱਛਾ ਉਹਦੀ ਹੋਏਗੀ। ਠੀਕ ਹੈ, ਅਤੇ ਇਹ ਮੋਟੀਵੇਸ਼ਨ ਮੈਨੂੰ ਹੋਇਆ ਅਤੇ ਤਾਂ ਹੀ ਮੈਂ ਉੱਥੇ ਤੱਕ ਜਾਂਦਾ, ਉਹਨਾਂ ਕੋਲ ਬੁੱਕ ਲੈਣਾ, ਉਹਨਾਂ ਨਾਲ ਬੈਠਦਾ, ਗੱਪਸ਼ਪ ਕਰਦੇ ਹਾਂ, ਟਿਮੋਟਨ ਚਾਏ 'ਤੇ ਬੈਠਦੇ ਹਾਂ, ਔਰ ਬਹੁਤ ਅੱਛਾ ਲਾਈਵਲੀ ਡਿਸਕਸ਼ਨ ਹੁੰਦਾ ਹੈ, ਔਰ ਉਹਦੇ ਨਾਲ ਮੈਨੂੰ ਰਿਲੀਫ ਕਾਫੀ ਮਿਲਦੀ ਆ। ਅੱਛਾ, ਮੈਂ ਉਨੀ ਦੇਰ ਬੈਠ ਕੇ ਪਿਕਚਰ ਨਹੀਂ ਦੇਖ ਸਕਦਾ, ਗਾਣੇ ਨਹੀਂ ਸੁਣ ਸਕਦਾ,
ਲੇਕਿਨ ਜਿੰਨਾ ਚਿਰ ਇੱਕ ਕਿਤਾਬ ਬਾਰੇ ਡਿਸਕਸ਼ਨ ਔਰ ਜਾਂ ਰਾਈਟਰ ਬਾਰੇ ਡਿਸਕਸ਼ਨ ਉਹਨਾਂ ਮੈਂ ਮੋਟੀਵੇਟ ਕਾਫੀ ਹੋ ਰਿਹਾ। ਔਰ ਰਹੀ ਗੱਲ ਪੜ੍ਹਨ ਦੀ, ਪਹਿਲਾਂ ਮੈਂ ਮਤਲਬ ਐਵਰੇਜ ਸਟੂਡੈਂਟ ਰਿਹਾ, ਜਿਸ ਤਰ੍ਹਾਂ ਖੁਸ਼ਵੰਤ ਸਿੰਘ ਆਪ ਹੀ ਆਪਣੇ ਆਪ ਨੂੰ ਲਿਖਦੇ ਨੇ ਕਿ ਬਹੁਤ ਐਵਰੇਜ ਹੋ ਰਹੇ ਸੀ। ਤਾਂ ਉਸ ਤਰ੍ਹਾਂ ਐਵਰੇਜ ਹੈ। ਮੇਰੇ ਸਪੋਰਟਸ 'ਚ ਕਾਫੀ ਦਿਲਚਸਪੀ ਸੀਗੀ, ਐਥਲੈਟਿਕ ਫੀਲਡ ਇਵੈਂਟਸ ਔਰ ਹਾਕੀ ਔਰ ਫੁੱਟਬਾਲ ਦਾ ਗੋਲਕੀਪਰ ਸਕੂਲ 'ਚ ਆਪਣੇ ਰਿਹਾ। ਮੈਂ ਬਿਲੋਂਗ ਕਰਦਾ ਬਿਹਾਰ ਝਾਰਖੰਡ ਨੂੰ। ਅੱਛਾ, ਠੀਕ ਹੈ, ਪੰਜਾਬ ਤੋਂ ਨਹੀਂ। ਔਰ ਲੇਕਿਨ ਆਪਣੇ ਸਕੂਲ 'ਚ ਰਿਹਾ, ਔਰ ਬਾਅਦ 'ਚ ਮੈਂ ਚੰਡੀਗੜ੍ਹ DAV 'ਚ ਪੜ੍ਹਿਆ, ਜਿੱਥੇ ਜਾ ਕੇ ਵੀ ਮੈਂ ਹਾਕੀ ਗੋਲਕੀਪਰ DAV ਕਾਲਜ ਦਾ ਮੈਂ ਹਾਕੀ ਗੋਲਕੀਪਰ ਰਿਹਾ। ਐਂਡ ਐਟ ਦੈਟ ਵੈਰੀ ਟਾਈਮ ਕਪਿਲ ਦੇਵ ਵੀ ਉੱਥੇ ਖੇਲਦਾ ਸੀਗਾ। ਉਹ ਕ੍ਰਿਕਟ ਦੇ ਫੀਲਡ ਸੀਗਾ, ਮੈਂ ਹਾਕੀ ਸੀਗਾ। ਅੱਛਾ, ਓਕੇ, ਉੱਥੋਂ ਪੜ੍ਹ ਕੇ ਵਾਪਸ ਆ ਕੇ ਮੈਨੂੰ ਆਪਣਾ ਬਿਜ਼ਨਸ, ਮੇਰਾ ਟਰਾਂਸਪੋਰਟੇਸ਼ਨ ਘਰਾਂ ਦਾ ਬਿਜ਼ਨਸ ਸੀਗਾ, ਲੇਕਿਨ ਮੈਂ ਲਾਈਕ ਨਹੀਂ ਕੀਤਾ, ਤਾਂ ਮੈਂ ਇੰਸ਼ੋਰੈਂਸ 'ਚ ਜੋਬ ਲੈ ਲਈ। ਇੰਸ਼ੋਰੈਂਸ 'ਚ ਮੈਂ ਡਿਵੈਲਪਮੈਂਟ ਆਫਿਸਰ ਰਿਹਾ ਫॉर ਲਾਸਟ 25 ਈਅਰਸ। ਇੰਡੀਆ ਦੇ ਵਿੱਚ ਰਿਕਰੂਟਿੰਗ ਐਂਡ ਟ੍ਰੇਨਿੰਗ ਏਜੰਟਸ, ਠੀਕ ਹੈ, ਐਂਡ ਪ੍ਰੋਕਿਊਰਿੰਗ ਪ੍ਰੀਮੀਅਮ ਥਰੂ them। ਸੋ ਕਾਫੀ ਅੱਛਾ ਰਿਹਾ। ਬੇਟਾ ਪੜ੍ਹਨ ਆ ਗਿਆ USA ਐਜ਼ ਅ ਯੂਥ ਐਕਸਚੇਂਜ। ਹੀ ਡਿਸਾਈਡ ਟੂ ਸਟੇ ਇਨ ਨਾਰਥ ਅਮਰੀਕਾ, ਸੋ ਵੀ ਹੈਵ ਟੂ ਰਿਜ਼ਾਈਨ ਫਰਮ ਆਰ ਕੰਪਨੀ। ਵਾਈਫ ਨੂੰ ਵੀ ਰਿਜ਼ਾਈਨ ਕਰਨਾ ਪਿਆ, ਤੇ ਇੱਥੇ ਆ ਗਏ, ਤੇ ਇੱਥੇ ਹੁਣ ਸੈਟਲਡ ਹੈਗੇ ਆ, ਤੇ ਇੱਥੇ ਰਹਿ ਸੋ ਰਹੇ ਆ। ਜਿੰਨਾ ਪੜ੍ਹਦੇ ਲਿਖਦੇ ਰਹੇ ਹੋ ਉਹ ਸਿਰਫ ਐਕੈਡੈਮਿਕ ਲੈਵਲ ਤੇ ਹੀ ਪੜ੍ਹਦੇ ਲਿਖਦੇ ਰਹੇ ਹੋ ਤੁਸੀਂ, ਉਹ ਵੀ ਇੱਕ ਐਵਰੇਜ ਸਟੂਡੈਂਟ ਦੇ ਤੌਰ ਤੇ। ਓਨਲੀ ਐਵਰੇਜ। ਹਾਂ, ਸੋ ਜਿਹੜਾ ਸਿਲੇਬਸ ਤੋਂ ਬਾਹਰ ਦੀਆਂ ਕਿਤਾਬਾਂ ਪੜ੍ਹਨੀਆਂ ਜਾਂ ਕੋਈ ਲਾਈਫ ਬਾਰੇ ਵਾਧੂ ਜਾਣਨ ਦੀ ਕੋਸ਼ਿਸ਼ ਕਰਨੀ ਜਾਂ ਕੋਈ ਹਿਸਟਰੀ ਬਾਰੇ ਇੱਦਾਂ ਦਾ ਕੋਈ ਸ਼ੌਕ ਨਹੀਂ ਰਿਹਾ? ਨਿਊਜ਼ਪੇਪਰ ਪੜ੍ਹ ਲੈਣਾ, ਔਰ ਜਾਂ ਵੀਕਲੀ ਕੋਈ ਮੈਗਜ਼ੀਨ ਵਗੈਰਾ ਆਉਣੀ ਤਾਂ ਉਹ ਪੜ੍ਹ ਲੈਣੀ। ਅਤੇ ਇਹਨਾਂ ਦੀ ਜਿਹੜੀ ਖੁਸ਼ਵੰਤ ਸਿੰਘ ਦੀ ਮੈਗਜ਼ੀਨ ਆਉਂਦੀ ਸੀ ਇਲਸਟਰੇਟਿਡ ਵੀਕਲੀ, ਉਹਦੇ 'ਚ ਮਲਾਇਸ ਫॉर ਵਨ ਐਂਡ ਆਲ ਔਰ ਹੋਰ ਇਹਨਾਂ ਦੀ ਜੋ ਸਟੋਰੀਜ਼ ਹੋਣੀ, ਜੋ ਇਹ ਐਡਿਟ ਵੀ ਕਰਦੇ ਸੀਗੇ, ਔਰ ਜੋ ਇਹ ਮਤਲਬ ਮੇਨ ਥੀਮ ਵਿੱਚ ਦੱਸਦੇ ਸੀ, ਉਹ ਪੜ੍ਹਨਾ ਤਾਂ ਇੰਪ੍ਰੈਸ ਹੌਲੀ ਹੌਲੀ ਹੁੰਦੇ ਗਏ। ਲੇਕਿਨ ਤਾਂ ਵੀ ਪੜ੍ਹਨ ਦਾ ਉਹਨਾਂ ਸ਼ੌਕ ਨਹੀਂ ਸੀ ਜਿੰਨਾ ਇਹ ਪ੍ਰੋਗਰਾਮ ਇੱਥੇ ਹੋਇਆ ਮੋਟੀਵੇਟ ਕੀਤਾ। ਤਾਂ ਰੇਡੀਓ 'ਤੇ ਆ ਕੇ ਮਤਲਬ ਬਾਕੀ ਰੀਡਰ ਵੀ ਆਉਣਗੇ। ਤੇਜਾ ਜੀ ਨੇ ਵੀ ਦੱਸਿਆ ਜਿਸ ਤਰ੍ਹਾਂ, ਤਾਂ ਤੇਜਾ ਜੀ ਨੂੰ ਮੈਂ ਦੇਖ ਰਿਹਾ ਕਿ ਵੀ ਉਹ ਕਿਤਾਬ ਪੜ੍ਹ ਕੇ ਹਾਊ ਹੀ ਮੈਮੋਰਾਈਜ਼। ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੀ ਮੈਮੋਰੀ ਕਿੱਦਾਂ ਇੰਨੀ ਤੇਜ਼ ਹੈ ਕਿ ਪੜ੍ਹ ਲੈ? ਕਹਿੰਦੇ ਨਹੀਂ, ਜਿੱਦਾਂ ਹੋਰ ਵੀ ਰਾਈਟਰਾਂ ਬਾਰੇ ਉਹਨਾਂ ਨੇ ਦੱਸਿਆ ਵੀ ਸਵੇਰ ਨੂੰ ਪੜ੍ਹ ਲਓ, ਇੱਕ ਵਾਰ ਸ਼ਾਮ ਨੂੰ ਪੜ੍ਹ ਲਓ, ਅਤੇ ਵਾਕ ਕਰਦੇ ਹੋਏ ਉਹਨੂੰ ਥੋੜ੍ਹਾ ਇੱਕ ਵਾਰ ਰੀਕਲੈਕਟ ਕਰ ਲਓ, ਅਤੇ ਉਹ ਤੁਹਾਡੇ ਦਿਮਾਗ 'ਚ ਰਹੇਗੀ। ਤਾਂ ਉਸ ਤਰ੍ਹਾਂ ਮੈਂ ਹੁਣ ਕੋਸ਼ਿਸ਼ ਕਰ ਰਿਹਾ। ਔਰ ਰੀਅਲੀ ਵੰਸ ਅਗੇਨ ਆਈ ਟੈਲ ਯੂ ਫਰਮ ਕੋਰ ਆਫ ਮਾਈ ਹਾਰਟ ਕਿ ਵੀ ਇਹ ਮੋਟੀਵੇਸ਼ਨ ਤੁਹਾਡੇ ਪ੍ਰੋਗਰਾਮ ਤੋਂ ਹੀ ਆਇਆ ਪੜ੍ਹਨ ਦਾ। ਔਰ ਕੱਲ੍ਹ ਹੀ ਮੈਂ ਇੰਡੀਆ ਬੁੱਕ ਹਾਊਸ ਤੋਂ $150 ਦੀਆਂ ਕਿਤਾਬਾਂ ਖੁਸ਼ਵੰਤ ਸਿੰਘ ਦੀਆਂ ਖਰੀਦੀਆਂ ਨੇ। ਅਮੇਜ਼ਿੰਗ, ਵਾਹ! ਮੈਨੂੰ ਖੁਸ਼ੀ ਹੋ ਰਹੀ ਹੈ, ਮੇਰੇ ਲਈ ਇਹ ਬਹੁਤ ਮਾਣ ਦੀ ਗੱਲ ਹੈ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ। ਵੱਡਾ ਧੰਨਵਾਦ ਮੈਂ ਕਰਦੀ ਹਾਂ ਸਾਡੇ ਆਪਣੇ ਹੀ ਲਿਸਨਰ ਰੀਡਰ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਰੀਡਿੰਗ ਦਾ ਸ਼ੌਕ ਰਿਹਾ, ਸ਼ੈਲੀ ਤੇਜਾ ਹੁਣਾਂ ਨੂੰ, ਜਿਨ੍ਹਾਂ ਨੇ ਇਸ ਕੰਮ ਦੇ ਵਿੱਚ ਮੇਰੀ ਮਦਦ ਕੀਤੀ ਹੈ। ਆ ਕੇ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਕਿਤਾਬਾਂ ਬਾਰੇ, ਕਿਤਾਬਾਂ ਦੇ ਸ਼ੌਕ ਬਾਰੇ, ਕਿਤਾਬਾਂ ਦੇ ਇੰਪੈਕਟ ਬਾਰੇ, ਅਤੇ ਜਿਹੜੀਆਂ ਗੱਲਾਂ ਉਹ ਸ਼ੋਅ ਦੇ ਵਿੱਚ ਰੈਗੂਲਰਲੀ ਵੀ ਐਜ਼ ਅ ਕਾਲਰ ਵੀ ਆ ਕੇ ਗੱਲਬਾਤ ਕਰਦੇ ਆ, ਐਜ਼ ਅ ਲਿਸਨਰ ਵੀ ਗੱਲ ਕਰਦੇ ਆ, ਉੱਥੋਂ ਵੀ ਪਤਾ ਲੱਗਦਾ ਕਿ ਕਿਤਾਬਾਂ ਦਾ ਇੰਪੈਕਟ ਕਿੰਨਾ ਜ਼ਿਆਦਾ ਉਹਨਾਂ ਦੀ ਆਪਣੀ ਜ਼ਿੰਦਗੀ 'ਤੇ ਹੈ। ਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਸ ਗੱਲ ਲਈ ਮੁਬਾਰਕ ਦਿੰਦੀ ਹਾਂ, ਅਤੇ ਮੈਂ ਨਾਲ ਨਾਲ ਤੁਹਾਡਾ ਸ਼ੁਕਰੀਆ ਵੀ ਅਦਾ ਕਰਦੀ ਹਾਂ ਕਿ ਘੱਟੋ ਘੱਟ ਇਸ ਪ੍ਰੋਗਰਾਮ ਨੂੰ ਸੁਣ ਕੇ ਜਿਹੜਾ ਲਿਸਨਰ ਰੀਡਰ ਦਾ ਮੈਂ ਸਿਲਸਿਲਾ ਸ਼ੁਰੂ ਕੀਤਾ, ਤੁਸੀਂ ਮੋਟੀਵੇਟ ਹੋਏ ਹੋ। ਇੱਕ ਕਿਤਾਬ ਪੜ੍ਹੀ ਹੈ, ਮੇ ਬੀ ਇੱਕ ਤੋਂ ਵੱਧ ਪੜ੍ਹੀਆਂ ਹੋਣਗੀਆਂ। ਕੱਲ੍ਹ ਤੁਸੀਂ ਦੱਸਿਆ ਕਿ $150 ਦੀਆਂ ਤੁਸੀਂ ਕਿਤਾਬਾਂ ਖਰੀਦ ਕੇ ਲੈ ਕੇ ਆਏ ਹੋ। ਬਹੁਤ ਤਸੱਲੀ ਮਿਲ ਰਹੀ ਹੈ ਮੈਨੂੰ ਤੁਹਾਡੀਆਂ ਇਹ ਗੱਲਾਂ ਸੁਣ ਕੇ। ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਇਹ ਕਿਤਾਬ ਲੈ ਕੇ ਆਏ ਆ ਉਹਦੇ ਬਾਰੇ ਆਪਾਂ ਗੱਲ ਸ਼ੁਰੂ ਕਰਾਂਗੇ। ਖੁਸ਼ਵੰਤ ਸਿੰਘ ਹੁਣਾਂ ਦੀ ਲਿਖੀ ਹੋਈ ਇਹ ਕਿਤਾਬ ਹੈ ਪੰਜਾਬ, ਪੰਜਾਬੀਜ਼ ਐਂਡ ਪੰਜਾਬੀਅਤ। ਇਹਦੀ ਡਿਟੇਲ ਵੱਲ ਆਪਾਂ ਵਧਾਂਗੇ। ਸਭ ਤੋਂ ਪਹਿਲਾਂ ਥੋੜ੍ਹਾ ਜਿਹਾ ਖੁਸ਼ਵੰਤ ਸਿੰਘ ਹੁਣਾਂ ਬਾਰੇ ਵੀ ਜ਼ਰੂਰ ਮੈਂ ਗੱਲ ਕਰਨਾ ਚਾਹੁੰਦੀ ਹਾਂ। ਸੁਖਵਿੰਦਰ ਜੀ, ਖੁਸ਼ਵੰਤ ਸਿੰਘ ਹੁਣੀ ਵੈਸੇ ਤਾਂ ਬਹੁਤ ਸਾਰੇ ਲੋਕ ਜਾਣਦੇ ਆ, ਜਿਹੜੇ ਨਹੀਂ ਜਾਣਦੇ ਇੰਨਾ ਜ਼ਰੂਰ ਦੱਸਣਾ ਚਾਹਾਂਗੇ ਕਿ ਉਹ ਲੇਖਕ ਹੋਣ ਦੇ ਨਾਲ ਨਾਲ ਉਹ ਇੱਕ ਵਕੀਲ ਸਨ। ਉਹਨਾਂ ਨੇ ਲਾਹੌਰ ਤੋਂ ਵਕਾਲਤ ਕੀਤੀ ਸੀ, ਅਤੇ ਉਹਨਾਂ ਦਾ ਜਨਮ ਸੀ ਉਹ ਵੀ ਜਿਹੜਾ ਵੰਡ ਤੋਂ ਪਹਿਲਾਂ ਦਾ ਪੰਜਾਬ ਸੀ ਉੱਥੇ ਹੋਇਆ ਸੀ। 99 ਸਾਲ ਦੀ ਉਮਰ ਦੇ ਵਿੱਚ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਾਲ 2014 ਦੇ ਵਿੱਚ। ਇੱਕ ਪੋਲੀਟੀਸ਼ੀਅਨ ਰਹੇ। ਪੋਲੀਟੀਸ਼ੀਅਨ ਤੋਂ ਮਤਲਬ ਹੈ ਕਿ ਉਹ ਰਾਜ ਸਭਾ ਦੇ ਮੈਂਬਰ ਵੀ ਰਹੇ ਹੈ। ਕਈ ਅਖਬਾਰਾਂ ਦੇ ਮੈਗਜ਼ੀਨਸ ਦੇ ਉਹ ਐਡੀਟਰ ਰਹੇ। ਇਲਸਟਰੇਟਿਡ ਵੀਕਲੀ ਦੇ ਉਹ ਫਾਊਂਡਰ ਐਡੀਟਰ ਸਨ। ਬਹੁਤ ਕੁਝ ਉਹਨਾਂ ਨੇ ਲਿਖਿਆ, ਖਾਸ ਕਰਕੇ ਜਿਹੜੀ ਉਹਨਾਂ ਨੇ ਸ਼ੁਰੂਆਤ ਕੀਤੀ ਸੀ, ਜਿਹੜੀ ਭਾਰਤ ਦੀ ਵੰਡ ਹੋਈ ਸੀ 1947 ਵੇਲੇ, ਉਹਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਉਹਨਾਂ ਦੀਆਂ ਯਾਦਾਂ ਸਨ ਜਾਂ ਜਿਹੜੇ ਉਸ ਵੇਲੇ ਦੇ ਤਜਰਬੇ ਸਨ, ਟ੍ਰੇਨ ਟੂ ਪਾਕਿਸਤਾਨ, ਉਹ ਮੇਰੇ ਖਿਆਲ 1956 ਦੇ ਵਿੱਚ ਉਹਨਾਂ ਨੇ ਉਹ ਕਿਤਾਬ ਲਿਖੀ ਸੀ, ਅਤੇ ਉਹਦੇ 'ਤੇ ਬਾਅਦ ਦੇ ਵਿੱਚ ਇੱਕ ਫਿਲਮ ਵੀ ਬਣੀ ਸੀ। ਸੋ ਇਸ ਤੋਂ ਇਲਾਵਾ ਇਹ ਸਮਝਿਆ ਜਾਂਦਾ
ਕਿ ਉਹ ਬੜੇ ਸੈਕੂਲਰ ਕਿਸਮ ਦੇ ਵਿਅਕਤੀ ਸਨ, ਭਾਵੇਂ ਬਹੁਤ ਸਾਰੇ ਲੋਕ ਇਹ ਗੱਲ ਮਹਿਸੂਸ ਕਰਦੇ ਆ ਕਿ ਨਹੀਂ ਉਹ ਦਿਲ ਤੋਂ ਸਿੱਖ ਸਨ। ਉਹ ਆਪਣੇ ਆਪ ਨੂੰ ਕਦੇ ਕਦੇ ਨਾਸਤਿਕ ਵੀ ਪ੍ਰੋਜੈਕਟ ਕਰਦੇ ਰਹੇ, ਪਰ ਪੜ੍ਹਨ ਵਾਲੇ ਜਿਹੜੇ ਆ ਉਹਨਾਂ ਦੇ ਰੀਡਰਸ ਨੇ, ਉਹਨਾਂ ਦੇ ਫੈਨਸ ਨੇ, ਉਹ ਗੱਲ ਮਹਿਸੂਸ ਕਰਦੇ ਆ। ਪਰ ਅੱਜ ਜਿਹੜਾ ਤੁਸੀਂ ਖੁਸ਼ਵੰਤ ਸਿੰਘ ਹੁਣਾਂ ਨੂੰ ਤੁਸੀਂ ਕਿਹਾ ਕਿ ਤੁਹਾਨੂੰ ਇੱਕ ਵਾਰੀ ਸੁਣਨ ਦਾ ਵੀ ਉਹਨਾਂ ਨੂੰ ਮੌਕਾ ਮਿਲਿਆ, ਥੋੜ੍ਹਾ ਜਿਹਾ ਉਹ ਵੀ ਸਾਨੂੰ ਬਿਆਨ ਕਰੋ, ਉਸ ਤੋਂ ਬਾਅਦ ਆਪਾਂ ਕਿਤਾਬ ਦੀ ਡਿਸਕਸ਼ਨ ਸ਼ੁਰੂ ਕਰਾਂਗੇ। ਨਵਜੋਤ ਜੀ, ਮੈਂ ਆਪਣੇ ਬੋਕਾਰੋ ਸਟੀਲ ਸਿਟੀ, ਇਹ ਝਾਰਖੰਡ ਸਟੇਟ 'ਚ ਹੈਗਾ, ਲਾਰਜੈਸਟ ਸਟੀਲ ਪਲਾਂਟ ਆਫ ਏਸ਼ੀਆ ਨੀਅਰ ਰਾਂਚੀ। ਹਾਂਜੀ। ਔਰ ਉੱਥੇ ਮੈਂ ਰੋਟਰੀ ਇੰਟਰਨੈਸ਼ਨਲ ਕਲੱਬ 'ਚ ਰਿਹਾ ਹੈਗਾ। ਆਲ ਡਾਇਰੈਕਟਰਸ ਪੋਸਟ ਵਗੈਰਾ ਲਾਸਟ 2006 ਪ੍ਰੈਜ਼ੀਡੈਂਟ ਵੀ ਸੀ ਫॉर 1 ਈਅਰ। ਔਰ ਉੱਥੇ ਸਾਡੀ ਇੱਕ ਵਾਰ ਡਿਸਟ੍ਰਿਕਟ ਕਾਨਫਰੰਸ ਹੋਈ, ਕਿਉਂਕਿ ਸਾਡੇ ਕਲੱਬ ਤੋਂ ਡਿਸਟ੍ਰਿਕਟ ਗਵਰਨਰ ਹੋਇਆ ਸੀਗਾ, ਅਤੇ ਉਦੋਂ ਚੀਫ ਗੈਸਟ ਖੁਸ਼ਵੰਤ ਸਿੰਘ ਸਨ। ਇਹ ਆਏ ਆਲ ਦਾ ਵੇ ਫਰਮ ਦਿੱਲੀ ਔਰ ਪਜਾਮੇ ਕੁੜਤੇ 'ਚ ਅਪਰੋਚ ਕੀਤਾ। ਅੱਛਾ। ਔਰ ਇਹਨਾਂ ਨੂੰ ਜਿਹਨੇ ਲੇਡੀ ਨੇ ਇੰਟਰੋਡਿਊਸ ਕੀਤਾ, she is 5 years senior to me in my school, St. Xavier's Bokaro। ਔਰ ਉਹੀ ਬਹੁਤ ਅੱਛੇ ਰਾਈਟਰ ਅੱਜ ਵੀ ਹੈ ਨੇ। ਔਰ ਉਹਨਾਂ ਦੇ ਹਸਬੈਂਡ ਦੀ ਡੈਥ ਹੋ ਗਈ, ਤਾਂ ਉਹਨਾਂ ਨੇ ਇੰਟਰੋਡਿਊਸ ਕੀਤਾ ਸੀ ਵੀ ਇਹ ਬੰਦਾ ਉਹ ਹੈ ਜਿਹਨੂੰ ਮੈਂ ਆਪਣੇ, ਜਦੋਂ ਮੈਂ ਸੁਸਾਈਡ ਕਰਨ ਜਾ ਰਹੀ ਸੀਗੀ ਅਤੇ ਲੈਟਰ ਲਿਖਿਆ, ਅਤੇ ਇਹਨੇ ਮੋਟੀਵੇਟ ਮੈਨੂੰ ਕੀਤਾ ਵੀ ਨਾ, ਤੂੰ ਇਨਸਾਨ ਹੈਗੀ ਆ, ਜੀਵਨ ਤੇਰੇ ਹੱਥ 'ਚ ਹੈਗਾ, ਔਰ ਜੀਵਨ ਨੂੰ ਚੰਗੀ ਤਰ੍ਹਾਂ ਦਰਸ਼ਾ। ਤਾਂ ਇਹਨਾਂ ਨੇ ਮੈਨੂੰ ਰੋਕਿਆ, ਤਾਂ ਮੈਂ ਅੱਜ ਜਿੰਦਾ ਹੈਗੀ ਇਹਨਾਂ ਦੀ ਬਦੌਲਤ। ਇਸ ਤਰ੍ਹਾਂ ਉਹਨੇ ਇੰਟਰੋਡਿਊਸ ਕੀਤਾ। ਅਤੇ ਇਹ ਸਪੀਕਰ ਇੰਨੇ ਤਗੜੇ ਰਾਈਟਰ ਨੇ ਲਿਖਿਆ, ਸਿੰਪਲ। ਇਹਨਾਂ ਦੀ ਉਹ ਗੱਲਾਂ ਮੈਨੂੰ ਯਾਦ ਨੇ, ਕਹਿੰਦੇ ਕਿ ਵੀ ਜਿਹੜੇ ਹਿੰਦੂ ਨੇ ਉਹ ਜਲਾਉਂਦੇ ਨੇ ਅਤੇ ਇੰਨੇ ਦਰਖਤ ਵੱਢ ਦਿੰਦੇ ਆ, ਜਿਹੜੇ ਬਾਕੀ ਬਰੀ ਕਰਦੇ ਨੇ ਉਹ ਕਿੰਨੀ ਜ਼ਮੀਨ ਲੈ ਕੇ ਉੱਥੇ ਬਰੀ ਕੀਤਾ ਜਾਂਦਾ ਹੈ, ਤਾਂ ਉਨੀ ਜ਼ਮੀਨ ਉਹਨਾਂ ਦੀ ਕੈਪਚਰ ਹੀ ਰਹਿ ਜਾਂਦੀ ਆ। ਜ਼ਮੀਨ ਘੱਟ ਰਹੀ ਆ, ਦਰਖਤ ਵੀ ਘੱਟ ਰਹੇ ਨੇ, ਸਾਨੂੰ ਐਨਵਾਇਰਨਮੈਂਟ ਦਾ ਧਿਆਨ ਦੇਣਾ ਚਾਹੀਦਾ। ਉਸ ਵੇਲੇ ਦੀ ਇਹ ਗੱਲ ਹੈ, ਉਸ ਵੇਲੇ ਦੀ ਗੱਲ ਆ। ਮੈਂ ਚਾਹੁੰਦਾ ਹੈਗਾ, ਕਹਿੰਦਾ ਮੈਂ ਆਪਣੀ ਵਿਲ ਲਿਖੀ ਆ ਵੀ ਮੈਨੂੰ ਜਲਾਇਓ ਨਾ, ਕੋਈ ਦਰਖਤ ਨਾ ਕੱਢਿਓ, ਔਰ ਬਰੀ ਵੀ ਕਰਨਾ ਹੋਏਗਾ ਤਾਂ ਖੂਹ ਦੀ ਤਰ੍ਹਾਂ ਸਿੱਧਾ ਹੀ ਲੰਬੇਦਾਰੀ ਕੱਢ ਕੇ ਉਨੀ ਜ਼ਮੀਨ 'ਚ ਮੈਨੂੰ ਦਫਨਾ ਦਿਓ। ਉਹ ਕੋਈ ਪੂਜਾ ਪਾਠ ਨਹੀਂ ਹੋਣਾ ਚਾਹੀਦਾ, ਕੋਈ ਤਾਮ ਝਾਮ ਨਹੀਂ ਹੋਣਾ ਚਾਹੀਦਾ, ਸਿੰਪਲ ਵੇ 'ਚ। ਇਸ ਤਰ੍ਹਾਂ ਦੇ ਇਹ ਇਨਸਾਨ ਨੇ। ਇਹਨਾਂ ਦਾ ਜਨਮ ਮੈਂ ਤੁਹਾਨੂੰ ਦੱਸਾਂ ਕਿ ਵੀ 1915 'ਚ ਹੋਇਆ, ਹਡਾਲੀ ਇਨ ਪਾਕਿਸਤਾਨ। ਔਰ ਬਹੁਤ ਹੀ ਸਿੰਪਲ ਪਰਿਵਾਰ ਸੀ। ਇਹਨਾਂ ਦੇ ਫਾਦਰ ਕਾਫੀ ਐਜੂਕੇਟਡ ਸਨ, ਕੋਈ ਕੰਟਰੈਕਟਰ ਸਨ, ਲੇਕਿਨ ਮਦਰ ਟੋਟਲੀ ਅਨਪੜ੍ਹ। ਲੇਕਿਨ ਇਹ ਥੋੜ੍ਹਾ ਬਹੁਤ ਪੜ੍ਹਾਈ ਲਿਖਾਈ ਉੱਥੇ ਕੀਤੀ, ਬਾਅਦ 'ਚ ਪਾਰਟੀਸ਼ਨ 'ਚ ਇਹਨਾਂ ਨੂੰ ਬੜੀ ਮੁਸ਼ਕਿਲਾਂ ਦੇ ਨਾਲ ਇਹ ਉੱਥੋਂ ਬਚ ਕੇ ਆਏ, ਅਤੇ ਇੱਥੇ ਇਹਨਾਂ ਨੇ ਪੜ੍ਹਾਈ ਥੋੜ੍ਹੀ ਬਹੁਤ ਕੀਤੀ। ਇਹ ਆਪਣੇ ਆਪ ਨੂੰ ਲਿਖਦੇ ਨੇ ਕਿ ਐਵਰੇਜ ਸਟੂਡੈਂਟ, ਬਿਲਕੁਲ ਐਵਰੇਜ, ਠੀਕ ਹੈ। ਲੇਕਿਨ ਇਹਨਾਂ ਨੇ ਆਪਣੀ, ਕਿਉਂਕਿ ਫਾਦਰ ਇਹਨਾਂ ਨੂੰ ਡਾਂਟਦੇ ਕਿ ਤੂੰ ਆਪਣਾ ਕੁਛ ਬਣ ਬਈ, ਕੁਛ ਕਰ, ਅਤੇ ਵਕਾਲਤ ਕਰਨ ਲੱਗੇ, ਵਕਾਲਤ ਰਾਈਟ ਨਹੀਂ ਕੀਤੀ। ਇਹ ਆਪਣੇ ਆਪ ਲਿਖਦੇ ਵੀ ਆ ਕਿ ਕਹਿੰਦੇ ਜਿੰਨੀ ਦੇਰ ਮੈਂ ਵਕਾਲਤ ਕੀਤੀ ਹੈ, ਮੈਂ ਆਪਣੇ ਉਹਨਾਂ ਟਾਈਮ ਫੇਕਿਆ, ਗਲਤ ਯੂਜ਼ ਕੀਤਾ। ਆਈ ਸ਼ੁੱਡ ਹੈਵ ਬੀਨ ਰਾਈਟਿੰਗ ਐਟ ਦੈਟ ਟਾਈਮ। ਓਕੇ। ਕਹਿੰਦੇ ਕਿ ਵੀ 3rd ਡਿਵੀਜ਼ਨ 'ਤੇ ਮੇਰੇ ਖਿਆਲ ਪਾਸ ਹੋਈ ਸੀ। ਈਵਨ ਉਹਨਾਂ ਦੇ ਨਾਂ ਬਾਰੇ ਵੀ ਗੱਲ ਮਸ਼ਹੂਰ ਹੈਗੀ, ਕਹਿੰਦੇ ਕਿ ਉਹਨਾਂ ਦੀ ਦਾਦੀ ਨੇ ਨਾਂ ਰੱਖਿਆ ਸੀ ਉਹਨਾਂ ਦਾ ਖੁਸ਼ਹਾਲ ਰੱਖਿਆ ਸੀ ਨਾਮ, ਤੇ ਸਕੂਲ ਦੇ ਵਿੱਚ ਮੁੰਡੇ ਕਹਿ ਕੇ ਛੇੜਦੇ ਹੁੰਦੇ ਸੀ, ਉਹ ਸ਼ਾਲੀ ਸ਼ੂਲੀ ਬਾਗ ਦੀ ਮੂਲੀ, ਇੱਦਾਂ ਕਰਕੇ ਉਹਨਾਂ ਨੂੰ ਛੇੜਦੇ ਹੁੰਦੇ ਸੀ। ਤੇ ਇਹ ਤੋਂ ਕਹਿੰਦੇ ਖਿੱਝ ਕੇ ਫਿਰ ਉਹਨਾਂ ਦੇ ਭਰਾ ਦਾ ਨਾਂ ਸੀ ਭਗਵੰਤ, ਤੇ ਉਹਦੀ ਰਲਦੀ ਮਿਲਦੀ ਰਾਈਮ ਜਿਹਦੇ ਵਿੱਚ ਆਪਣਾ ਨਾਂ ਇਹਨਾਂ ਨੇ ਕਹਿਤਾ ਕਿ ਮੈਨੂੰ ਹੁਣ ਖੁਸ਼ਵੰਤ ਕਹਿ ਕੇ ਬੁਲਾਇਆ ਜਾਵੇ। ਉਹ ਨਾਲ ਇਹ ਵੀ ਸੀ, ਕਹਿੰਦੇ ਕਿ ਉਹਨਾਂ ਨੂੰ ਇਸ ਗੱਲ ਦਾ ਸੀ, ਕਹਿੰਦੇ ਕਿ ਮੇਰਾ ਨਾਂ ਤਾਂ ਬਹੁਤ ਮੀਨਿੰਗਲੈਸ ਜਿਹਾ ਹੀ ਆ, ਪਰ ਮੈਂ ਸੈਲਫ ਮੈਨੂਫੈਕਚਰ ਕੀਤਾ ਆਪਣਾ ਨਾਮ ਖੁਸ਼ਵੰਤ ਸਿੰਘ। ਪਰ ਉਸ ਤੋਂ ਬਾਅਦ ਉਹਨਾਂ ਨੇ ਰੀਅਲਾਈਜ਼ ਕੀਤਾ ਕਿ ਬਹੁਤ ਸਾਰੇ ਹੋਰ ਜਿਹੜੇ ਖੁਸ਼ਵੰਤ, ਉਹ ਵੀ ਕਈਆਂ ਨੇ ਆਪਣੇ ਬੱਚਿਆਂ ਦੇ ਨਾਮ ਰੱਖੇ। ਦੇਖੋ, ਖੁਸ਼ਵੰਤ ਨਾਲ ਖੁਸ਼ਹਾਲੀ ਹੀ ਬਿਖੇਰ ਰਹੇ ਨੇ ਹਰ ਚੀਜ਼ 'ਚ। ਮਤਲਬ ਉਹਨਾਂ ਨੇ ਜੋਕਸ ਵੀ ਇੰਨੇ ਨੇ ਕਲੈਕਟ ਕੀਤੇ, ਲਿਖੇ ਨੇ ਕਿ ਆਪਣੇ ਆਪ ਨੂੰ ਉਹਨਾਂ ਨੇ ਆਪਣੇ ਤੇ ਜੋਕ, ਸੰਤਾ ਬੰਤਾ ਵੀ ਜਿਹੜੇ ਜੋਕਸ ਉਹਨਾਂ ਨੇ ਆਪ ਹੀ ਲਿਆਂਦੇ ਸੀਗੇ। ਅਤੇ ਇੱਕ ਵਾਰ ਜੋਕ ਮੈਂ ਛੋਟਾ ਜਿਹਾ ਤੁਹਾਨੂੰ ਦੱਸਾਂ ਵੀ ਉਹ ਕਹਿੰਦੇ ਨੇ ਕਿ ਵੀ ਇੱਕ ਹੁਣੇ ਇਲੈਕਸ਼ਨ ਦਾ ਟਾਈਮ ਬੀਤਿਆ ਹੈ, ਜਿਹੜਾ ਪੋਲੀਟੀਸ਼ੀਅਨ ਸੀ ਉਹ ਜਿੱਤਿਆ ਕਿ ਬਈ ਜਿੱਤ ਰਿਹਾ ਸੀ, ਲੇਕਿਨ ਉਹਦੇ ਕਾਊਂਟਿੰਗ ਆਫ ਵੋਟ ਚੱਲ ਰਹੀਆਂ ਸੀਗੀਆਂ, ਤਾਂ ਉਹਨੂੰ ਨਰਸ ਆ ਕੇ ਕਹਿੰਦੀ ਹੈ, ਹੇ ਤੁਹਾਡੇ 3 ਬੱਚੇ ਇਕੱਠੇ ਹੋਏ, ਟ੍ਰਿਪਲੇਟ ਹੋਏ। ਉਹ ਨੋ ਆਈ ਵਿਲ ਗੈਟ ਇਟ ਰੀਕਾਊਂਟ। ਜੋ ਦਿਮਾਗ, ਤੇ ਇੱਦਾਂ ਦੇ ਜੋਕਸ ਇਹਨਾਂ ਨੇ ਦਰਸਾਏ ਹੋਏ ਨੇ। ਵਾਕਈ ਖੁਸ਼ਵੰਤ ਸਿੰਘ ਹੁਣੀ ਹਿਊਮਰ ਲਈ ਵੀ ਆਪਣੇ ਲਈ ਜਾਣੇ ਜਾਂਦੇ ਨੇ। ਸੁਖਵਿੰਦਰ ਜੀ, ਇਹੀ ਕਿਤਾਬ ਕਿਉਂ ਚੁਣੀ? ਕਿਉਂਕਿ ਮੇਰੇ ਹਿਸਾਬ ਦੇ ਨਾਲ ਜੇ ਤੁਸੀਂ ਇਸ ਪ੍ਰੋਗਰਾਮ ਤੋਂ ਇੰਸਪਾਇਰ ਹੋਏ ਹੋ ਤੇ ਕੋਈ ਵੀ ਕਿਤਾਬ ਚੁਣੀ ਜਾ ਸਕਦੀ ਸੀ, ਪਰ ਇਹਨੂੰ ਕਿੱਦਾਂ ਚੁਣਿਆ?
ਆਈ ਸ਼ੁੱਡ ਬੀ ਓਨੈਸਟ, ਜਿੱਦਾਂ ਮੈਂ ਪਹਿਲਾਂ ਹੀ ਕਿਹਾ ਕਿ ਮੈਂ ਬੁੱਕਸ ਵਗੈਰਾ ਉਹਨਾਂ ਨਾਲ ਜਾ ਕੇ ਗੱਲਬਾਤ ਕਰਦਾ ਸੀ ਤੇਜਾ ਜੀ ਦੇ ਨਾਲ, ਹਾਂ। ਤਾਂ ਉਹਨਾਂ ਨੇ ਇਹ ਬੁੱਕ ਮੈਨੂੰ ਪ੍ਰੈਜ਼ੈਂਟ ਕੀਤੀ ਅੱਛਾ। ਵੀ ਸੁਖਵਿੰਦਰ, ਤੂੰ ਇਹ ਪੰਜਾਬੀ ਔਰ ਪੰਜਾਬੀਅਤ ਬਾਰੇ ਜਾਣਨਾ ਚਾਹੁੰਦਾ ਤਾਂ ਇਹ ਕਿਤਾਬ ਪੜ੍ਹ ਤੇ ਇਹ ਦੇਖ, ਇਹ 'ਚ ਸਾਰਾ ਚੀਜ਼ ਦੇ ਦੇਣਗੇ। ਔਰ ਸਹੀ 'ਚ ਹੈਗਾ ਕਿ ਵੀ ਇਹਨਾਂ ਨੇ, ਖੁਸ਼ਵੰਤ ਸਿੰਘ ਜੀ ਨੇ ਪੰਜਾਬ ਦੇ ਬਾਰੇ ਪਹਿਲਾਂ ਲਿਖਣ ਤੋਂ ਪਹਿਲਾਂ ਹੀ ਉੱਥੇ ਦੀ ਪੂਰੀ ਭੂਮਿਕਾ ਦਰਸਾਈ ਆ ਕਿ ਪੰਜਾਬ ਕਿੱਥੋਂ ਲੈ ਕੇ ਕਿੱਥੇ ਤੱਕ ਸੀਗਾ, ਕਿਸ ਤਰ੍ਹਾਂ ਦਾ ਸੀਗਾ, ਉੱਥੋਂ ਦਾ ਕਲਚਰ, ਉੱਥੋਂ ਦੀ ਹਿਸਟਰੀ, ਉੱਥੋਂ ਦਾ ਐਨਵਾਇਰਨਮੈਂਟ ਬੜੀ ਸੋਹਣੀ ਤਰ੍ਹਾਂ ਦਰਸਾਇਆ ਇਹਦੇ 'ਚ। ਇਹ 'ਚ ਮੈਂ ਤਾਂ ਚਲੋ ਉਹ ਸ਼ਬਦਾਂ 'ਚ ਨਹੀਂ ਬਿਆਨ ਕਰ ਸਕਦਾ, ਲੇਕਿਨ ਜਦੋਂ ਬੰਦਾ ਪੜ੍ਹੇਗਾ ਤਾਂ ਉੱਥੋਂ ਦੀ ਹਰਿਆਲੀ, ਉੱਥੋਂ ਦੇ ਫੁੱਲ, ਉੱਥੋਂ ਦੇ ਦਰਖਤ, ਉੱਥੋਂ ਦੇ ਰਾਸਤੇ ਕਿਸ ਤਰ੍ਹਾਂ ਜਾਂਦੇ, ਉੱਥੋਂ ਲੋਕ ਕਿਸ ਤਰ੍ਹਾਂ ਜਾ ਰਹੇ, ਕਿਹੜੇ ਜਾਨਵਰ ਚੱਲ ਰਹੇ ਨੇ, ਕਿੱਧਰ ਚਿੜੀਆਂ ਚੀਕ ਰਹੀਆਂ ਨੇ, ਉਹ ਸਾਰਾ ਟਿਊਨ 'ਚ ਇੱਕਦਮ ਪੜ੍ਹਨ ਵਾਲਾ ਮਹਿਸੂਸ ਕਰ ਲੇਗਾ ਇਹਨੂੰ। ਇਸ ਤਰ੍ਹਾਂ ਇਹ ਸੋਹਣੀ ਤਰ੍ਹਾਂ ਬਿਆਨ ਕੀਤਾ ਹੈ। ਫਿਰ ਪੰਜਾਬ 'ਚ ਉਹ ਕਹਿੰਦਾ ਵੀ ਦੋ ਮੇਨ ਸਿਟੀ ਸੀਗੀ, ਲਾਹੌਰ ਔਰ ਮੁਲਤਾਨ, ਵੈਰੀ ਬਿਗਨਿੰਗ 'ਚੋਂ ਪਹਿਲਾਂ ਕਹਿ ਰਿਹਾ। ਉਹ ਤੋਂ ਬਾਅਦ ਫਿਰ ਹੋਰ ਸਿਟੀਜ਼ ਲਾਗੇ ਫਾਰਮੇਸ਼ਨ ਹੋਈਆਂ ਨੇ। ਮੇਨ ਬਿਜ਼ਨਸ ਲਾਹੌਰ 'ਚ ਰਾਜੇ ਮਹਾਰਾਜੇ ਜੋ ਵੀ ਸੀ, ਜੋ ਰੂਲਰ ਸੀਗੇ ਉੱਥੇ ਰਹਿੰਦੇ ਸੀਗੇ, ਔਰ ਮੁਲਤਾਨ 'ਚ ਬਿਜ਼ਨਸ, ਕਿਉਂਕਿ ਮੁਲਤਾਨ ਬਹੁਤ ਵੱਡੀ ਕੋਈ ਮਾਰਕੀਟ ਸੀਗੀ ਜਿੱਥੇ ਲੋਕ ਘੋੜਿਆਂ ਨਾਲ ਜਾਂ ਥਰੂ ਰਿਵਰਸ ਉੱਥੋਂ ਦਾ ਬਿਜ਼ਨਸ ਕਰਦੇ ਸੀਗੇ। ਇਸ ਤਰ੍ਹਾਂ ਕਰਕੇ ਫਿਰ ਹੋਰ ਸਿਟੀਜ਼ ਡਿਵੈਲਪ ਹੋਈਆਂ ਹੌਲੀ ਹੌਲੀ। ਬਾਅਦ 'ਚ ਉਹ ਦੱਸਦੇ ਨੇ ਕਿ ਪੰਜਾਬ ਔਰ ਹਰਿਆਣਾ ਦੋ ਡਿਵਾਈਡ ਹੋ ਗਿਆ। ਉਹ ਫਿਰ ਉਹ ਕਹਿੰਦਾ ਵੀ ਜਿਹੜੀ ਸਾਡੀ ਕਲਚਰ ਹੈਗਾ ਉਹ ਹਰਿਆਣਾ ਔਰ ਪੰਜਾਬ ਦੋਨੋਂ ਦਾ ਬਹੁਤ 3000 years ਬੈਕ ਤੇ ਆ, 300,000 years ਬੈਕ। ਉੱਥੋਂ ਦੇ ਮਤਲਬ ਜਦੋਂ ਐਕਸਕੇਵੇਟਰਸ ਨੇ, ਆਰਕੀਓਲੋਜਿਸਟ ਨੇ ਐਕਸਟ੍ਰੈਕਟ ਕੀਤਾ ਤਾਂ ਉੱਥੋਂ ਕਾਫੀ ਕੁਛ ਉਹਨਾਂ ਨੂੰ ਮਿਲਿਆ ਵੀ ਇੰਨੀ ਪੁਰਾਣੀ ਸਿਵਲਾਈਜੇਸ਼ਨ ਹੈਗੀ ਸੀ ਉੱਥੇ। ਤਾਂ ਉਹਦੇ ਬਾਰੇ ਵੀ ਇਹ 'ਚ ਉਹਨਾਂ ਨੇ ਦੱਸਿਆ ਹੋਇਆ ਹੈਗਾ। ਅਤੇ ਇਸ ਕਰਕੇ ਪੰਜਾਬ ਹਰਿਆਣਾ, ਫਿਰ ਉਹਨਾਂ ਨੇ ਦੱਸਿਆ ਕਿ ਬਈ ਡਾਕਟਰ MS ਰੰਧਾਵਾ ਹੋਏ ਨੇ ਸਿਵਲ ਸਰਵੈਂਟ ਐਜ਼ ਵੈਲ ਬੋਟੈਨਿਸਟ ਸੀਗੇ। ਉਹਨਾਂ ਨੇ ਇਹਦਾ ਚੰਡੀਗੜ੍ਹ ਜਦੋਂ ਬਣਿਆ, ਉੱਥੋਂ ਦੇ ਦਰਖਤ ਜਿਹੜੇ ਲਗਾਉਣੇ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਪੂਰੇ, ਤਾਈਓਂ ਕਰਕੇ ਉੱਤੇ ਜ਼ਿਆਦਾ ਹਰਿਆਲੀ ਆ। ਔਰ ਉਹ ਚੰਡੀਗੜ੍ਹ ਦਾ ਜਿਹੜਾ ਆਰਕੀਟੈਕਟ ਸੀ ਉਹ ਫਰੈਂਚ ਆਰਕੀਟੈਕਟ ਸੀਗਾ ਜਿਹਨੇ ਚੰਡੀਗੜ੍ਹ ਬਣਾਇਆ। ਫਿਰ ਅਸੀਂ ਹੋਰ ਵੀ ਪ੍ਰਾਊਡ ਫੀਲ ਕਰਦੇ ਹਾਂ ਵੀ ਉੱਥੇ ਦਾ ਰੌਕ ਗਾਰਡਨ, ਜਿਹੜੇ ਕੱਪਸ ਔਰ ਸੌਸਸ, ਪਲੇਟਸ ਵਗੈਰਾ ਟੁੱਟ ਜਾਂਦੇ ਨੇ, ਉਹਨਾਂ ਨੂੰ ਕਲੈਕਟ ਕਰਕੇ ਉਹਦਾ ਚੰਡੀਗੜ੍ਹ 'ਚ ਰੌਕ ਗਾਰਡਨ ਬਣਾਇਆ ਗਿਆ। ਰੋਜ਼ ਗਾਰਡਨ ਫਸਟ ਮੁਸਲਿਮ ਪ੍ਰੈਜ਼ੀਡੈਂਟ ਆਫ ਇੰਡੀਆ ਡਾਕਟਰ ਜ਼ਾਕਿਰ ਹੁਸੈਨ, ਉਹਨੂੰ ਨੋਮੀਨੇਟ ਕੀਤਾ ਗਿਆ, ਉਹਨਾਂ ਦੇ ਨਾਮ 'ਤੇ ਹੈਗਾ। ਅਤੇ ਇਸ ਤਰ੍ਹਾਂ ਉਹ ਸਿਟੀ ਬਾਰੇ ਵੀ ਦੱਸਦੇ ਨੇ ਅਤੇ ਪੰਜਾਬ ਬਾਰੇ ਹੋਰ ਉੱਥੋਂ ਦੀਆਂ ਫਸਲਾਂ ਕਿਹੜੀਆਂ ਹੁੰਦੀਆਂ, ਕਦੋਂ ਹੁੰਦੀਆਂ ਨੇ। ਤਾਂ ਉਹ ਵੀ ਮੈਂ ਤੁਹਾਨੂੰ ਦੱਸਾਂ ਵੀ ਫਸਲ ਚਾਰੋਂ ਸੀਜ਼ਨ ਦੇ ਬਾਰੇ ਬੜੀ ਸੋਹਣੀ ਤਰ੍ਹਾਂ ਇਹਨਾਂ ਨੇ ਬਿਆਨ ਕੀਤਾ ਵੀ ਕਦੋਂ ਕਿਹੜੇ ਫੁੱਲ ਆਉਂਦੇ ਨੇ, ਕਿਹੜੇ ਚਿੜੀਆਂ ਚਹਿਕਦੀਆਂ ਨੇ, ਆਉਂਦੀਆਂ ਨੇ, ਅਤੇ ਕਿਹੜੀ ਫਸਲ ਕਦੋਂ ਹੁੰਦੀ ਹੈ, ਕਿੱਦਾਂ ਪੱਕਦੀ ਹੈ, ਪੱਕ ਕੇ ਉਹਦੇ ਰੰਗ ਕੀ ਹੁੰਦੇ ਨੇ, ਕਿੱਦਾਂ ਲੋਕ ਉਹਨੂੰ ਲੈ ਕੇ ਕਟਾਈ ਕਰਦੇ ਨੇ, ਉਸ ਤੋਂ ਬਾਅਦ ਕਿੱਦਾਂ ਉਹਦੀ ਇੰਜੋਇਮੈਂਟ ਕਰਦੇ, ਭੰਗੜਾ ਵਗੈਰਾ ਪਾ ਕੇ। ਉਸ ਤੋਂ ਬਾਅਦ ਕਪਾਹ ਲੱਗ ਜਾਂਦੀ ਹੈ। ਸ਼ੂਗਰ ਕੇਨ ਦੇ ਬਾਰੇ ਉਹਨੇ ਲਿਖਿਆ, ਜਿੱਦਾਂ ਇੱਥੋਂ ਦੇ ਬੱਚਿਆਂ ਨੂੰ ਪਤਾ ਨਹੀਂ ਚੱਲਿਆ ਵੀ ਗੁੜ ਕਿੱਦਾਂ ਬਣਦਾ, ਉਹ ਪੂਰਾ ਉਹ 'ਚ ਦਰਸਾਇਆ ਵੀ ਸ਼ੂਗਰ ਕੇਨ ਕਿੱਦਾਂ ਸਕਵੀਜ਼ ਕਰਕੇ ਕੱਢਦੇ ਆ ਜੂਸ, ਫਿਰ ਉਹਨੂੰ ਹੌਟ ਕਰਦੇ ਆ, ਫਿਰ ਉਹਨੂੰ ਕਿੱਦਾਂ ਕਰਦੇ ਆ, ਗੁੜ ਬਣ ਜਾਂਦਾ। ਅੱਛਾ, ਮੈਂ ਇਸ ਕਿਤਾਬ ਦੇ ਰਿਵਿਊਜ਼ ਮੈਂ ਵੀ ਪੜ੍ਹੇ ਆ, ਹੈ ਨਾ। ਕਿਤਾਬ ਨਹੀਂ ਮੈਂ ਪੜ੍ਹੀ, ਪਰ ਕਿਤਾਬ ਦੇ ਰਿਵਿਊਜ਼ ਜ਼ਰੂਰ ਪੜ੍ਹੇ ਆ। ਮੈਂ ਸੁਣਨ ਵਾਲਿਆਂ ਨਾਲ ਉਹ ਵੀ ਵਿੱਚ ਸਾਂਝੇ ਕਰਨਾ ਚਾਹੁੰਦੀ ਹਾਂ। ਤੁਸੀਂ ਹੋ ਸਕਦਾ ਕਿ ਉਹਨਾਂ ਗੱਲਾਂ ਨੂੰ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਐਲੈਬੋਰੇਟ ਕਰ ਸਕੋ। ਅਤੇ ਇੱਕ ਤਾਂ ਗੱਲ ਇਹ ਹੈ, ਕਹਿੰਦੇ ਕਿ ਵੀ ਇਹ ਖੁਸ਼ਵੰਤ ਸਿੰਘ ਹੁਣਾਂ ਦੀ ਜਿਹੜੀ ਕਿਤਾਬ ਹੈ, ਇਹ ਐਕਚੁਅਲੀ ਇਹਨਾਂ ਦੇ ਵੱਖ-ਵੱਖ ਆਰਟੀਕਲਸ ਹੈਗੇ ਜਿਹੜੇ ਇਹਦੇ ਵਿੱਚ ਕੰਪਾਈਲ ਕੀਤੇ ਗਏ। ਉਹਨਾਂ ਦੀ ਬੇਟੀ ਨੇ ਮਾਲਾ ਦਿਆਲ ਨੇ ਉਹਨਾਂ ਦੇ ਵੱਖ-ਵੱਖ ਆਰਟੀਕਲਸ ਆ ਉਹ ਕੰਪਾਈਲ ਕੀਤੇ ਇਹਦੇ ਵਿੱਚ, ਕਿ ਐਜ਼ ਸੱਚ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਨਹੀਂ ਹੈ ਕਿ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਇਹ ਕਿਤਾਬ ਲਿਖੀ ਗਈ ਹੈ ਕਿ ਪਹਿਲਾਂ ਕੀ ਹੋਇਆ, ਬਾਅਦ 'ਚ ਕੀ ਹੋਇਆ, ਫਿਰ ਕੀ ਹੋਇਆ, ਫਿਰ ਕੀ ਹੋਇਆ। ਕਈ ਲੋਕ ਥੋੜ੍ਹਾ ਜਿਹਾ ਇਸ ਗੱਲ ਤੋਂ ਕਨਫਿਊਜ਼ ਹੁੰਦੇ ਆ ਕਿ ਕਿਉਂਕਿ ਕ੍ਰੋਨੋਲੋਜੀ ਨਹੀਂ ਬਣਾਈ ਗਈ, ਇਸ ਕਰਕੇ ਕਹਿੰਦੇ ਕਿ ਜਿਹੜੀ ਹਿਸਟਰੀ ਲਿਖੀ ਗਈ ਆ ਉਹਦੇ ਬਾਰੇ ਇੰਨੀ ਕਲੈਰਿਟੀ ਨਹੀਂ ਆ। ਇੱਕ ਫੋਰਨ ਆਥਰ ਨੇ ਇਹ ਗੱਲ ਕਹੀ, ਕਹਿੰਦੇ ਕਿ ਹੋ ਸਕਦਾ ਕਿ ਜਿਹੜਾ ਬੰਦਾ ਪੰਜਾਬ ਤੋਂ ਹੋਵੇ ਜਾਂ ਹਿੰਦੁਸਤਾਨ ਤੋਂ ਹੋਵੇ, ਉਹ ਇਸ ਕਿਤਾਬ ਨੂੰ ਜ਼ਿਆਦਾ ਸੌਖਾ ਸਮਝ ਸਕਦਾ। ਜੇ ਕੋਈ ਬਾਹਰਲਾ ਬੰਦਾ ਪੜ੍ਹੇ ਉਹਦੇ ਲਈ ਔਖਾ ਆ। ਕਿਤੇ ਇਹਦੇ ਵਿੱਚ ਇਸ ਤਰ੍ਹਾਂ ਵੀ ਹੈਗਾ ਕਿ ਅੰਗਰੇਜ਼ੀ ਦੇ ਵਿੱਚ ਪੰਜਾਬੀ ਵਾਲੇ ਜਿਹੜੇ ਸ਼ਬਦ ਆ ਉਹਨਾਂ ਦਾ ਵੀ ਕਾਫੀ ਇਸਤੇਮਾਲ ਕੀਤਾ ਗਿਆ? ਨਹੀਂ,
ਪੰਜਾਬੀ ਦੇ ਬਹੁਤ ਜ਼ਿਆਦਾ ਸ਼ਬਦ ਇਸਤੇਮਾਲ ਨਹੀਂ ਕੀਤੇ, ਜ਼ਿਆਦਾਤਰ ਇੰਗਲਿਸ਼ 'ਚ ਹੀ ਲਿਖੀ ਆ। ਜੀ ਜਿਹੜੇ ਇਹ 'ਚ ਉਹਨਾਂ ਨੇ ਪੰਜਾਬ ਦੇ ਆਪਣੇ ਗੁਰੂ ਗ੍ਰੰਥ ਸਾਹਿਬ ਬਾਰੇ ਪੂਰਾ ਲਿਖਿਆ, 12 ਮਹਾਂ ਬਾਰੇ ਲਿਖਿਆ, ਉਹਦਾ ਐਕਸਪਲੇਨ ਕੀਤਾ। ਉਹ ਜ਼ਰੂਰ ਕਿਤੇ ਕਿਤੇ ਉਹ ਸ਼ਲੋਕਸ ਵਗੈਰਾ ਪੰਜਾਬੀ 'ਚ ਲਿਖੇ, ਉਹ ਬਾਅਦ 'ਚ ਉਹਨਾਂ ਨੇ ਇੰਗਲਿਸ਼ 'ਚ ਐਕਸਪਲੇਨ ਕੀਤਾ, ਟਰਾਂਸਲੇਟ ਕੀਤਾ ਹੈ। ਫਿਰ ਹੋਰ ਸ਼ਾਇਰਾਂ ਦੀਆਂ ਵੀ ਜਿਹੜੀਆਂ ਕਹਾਵਤਾਂ ਨੇ ਉਹ ਵੀ ਇੰਗਲਿਸ਼ 'ਚ ਐਕਸਪਲੇਨ ਕੀਤੀਆਂ ਨੇ। ਹਾਂ, ਇਹ ਜ਼ਰੂਰ ਹੈ ਕਿ ਮਤਲਬ ਅਲੱਗ-ਅਲੱਗ ਇਹਨਾਂ ਰਾਈਟਰ, ਇਹਨਾਂ ਦੀ ਆਦਤ ਸੀਗੀ ਵੀ ਜੋ ਵੀ ਦਿਨ ਬੀਤਿਆ ਸ਼ਾਮ ਨੂੰ ਉਹਦੀ ਡਾਇਰੀ ਲਿਖ ਲੈਣੀ ਆ। ਉਹ ਡਾਇਰੀ ਲਿਖੀ ਹੋਈ ਤੇ ਕਿਸੇ ਵਕਤ ਬੈਠ ਕੇ ਉਹਨਾਂ ਨੇ ਉਹਨੂੰ ਇਲੈਬੋਰੇਟ ਕਰ ਦੇਣਾ। ਤਾਂ ਉਸ ਤਰ੍ਹਾਂ ਇਹਨਾਂ ਦੀ ਸਟੋਰੀਜ਼ ਅਲੱਗ-ਅਲੱਗ ਟਾਈਮ 'ਤੇ ਜ਼ਰੂਰ ਲਿਖੀਆਂ ਗਈਆਂ। ਮਾਲਾ ਦਿਆਲ ਨੇ ਇਹਨਾਂ ਨੂੰ ਇਕੱਠਿਆਂ ਕਰਕੇ ਲਿਖਿਆ। ਇਹ ਜ਼ਰੂਰ ਹੈ ਵੀ ਮਤਲਬ ਕ੍ਰੋਨੋਲੋਜੀਕਲ ਡੇਟ ਵਾਈਜ਼ ਉਹ ਨਹੀਂ ਗਿਆ, ਲੇਕਿਨ ਇਹ ਇਨਫੋਰਮੇਸ਼ਨ ਮਤਲਬ ਕਾਫੀ ਦਿੰਦੀਆਂ ਨੇ। ਤੇ ਕਿਸ ਤਰ੍ਹਾਂ ਇਹ ਜਿਹੜੀਆਂ ਪੰਜਾਬੀਅਤ ਇਹ ਵੱਖ-ਵੱਖ ਹਿੱਸਿਆਂ 'ਚ ਵੰਡਿਆ ਹੋਇਆ? ਜੀ ਹਾਂ, ਫਸਟ ਪੂਰਾ ਪੰਜਾਬ ਬਾਰੇ ਦੱਸਿਆ, ਫਸਟ ਹਿੱਸਾ ਜਿਹੜਾ। ਸੈਕੰਡ ਹਿੱਸਾ ਜਿਹੜਾ ਪੰਜਾਬੀਜ਼ ਕਿਸ ਤਰ੍ਹਾਂ ਦੇ ਕੀ ਕਲਚਰ ਹੈਗਾ, ਜਿਹਦੇ 'ਚ ਤੁਹਾਨੂੰ ਮੈਂ ਦੱਸ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਦੇ 12 ਮਹਾਂ ਬਾਰੇ, ਹੋਰ ਵੀ ਉਸ ਵਕਤ ਜੋ ਬੁੱਕਸ ਲਿਖੀਆਂ ਗਈਆਂ, ਜੋ ਹੋਰ ਰਿਨਾਊਂਡ ਪੀਪਲ ਉਸ ਵਕਤ ਹੋਏ ਆ, ਉਹਨਾਂ ਨੇ ਕੀ ਕੀ ਲਿਖਿਆ ਉਹ ਦੱਸ ਦਿੰਦੇ ਆ। ਜਿਹੜੀ ਪੰਜਾਬੀਅਤ ਆ ਉਹ ਲਾਸਟ 'ਚ ਲਿਖਦਾ, ਜਿਹੜੇ ਜਿੱਦਾਂ ਮਹਾਰਾਜਾ ਰਣਜੀਤ ਬਾਰੇ ਲਿਖਿਆ, ਸ਼ਾਰਟਸ ਲਿਖਿਆ। ਫਿਰ ਗਿਆਨੀ ਜੈਲ ਸਿੰਘ ਬਾਰੇ ਲਿਖਿਆ। ਫਿਰ PC ਲਾਲ ਹੋਏ ਨੇ ਡਿਪਲੋਮੈਟ, ਤਾਂ ਉਹਨਾਂ ਬਾਰੇ ਲਿਖਿਆ ਕਾਫੀ ਅੱਛਾ। ਉਹ ਓਨੈਸਟ ਬੰਦੇ ਸੀਗੇ। ਅਤੇ ਇਹ ਗਾਂਧੀਅਨ ਸੀਗੇ। ਖੁਸ਼ਵੰਤ ਸਿੰਘ, ਸੱਚਾਈ ਹਰ ਸਮੇਂ ਮੂੰਹ 'ਤੇ ਗੱਲ ਕਰਨੀ, ਜੋ ਵੀ ਕਰਨੀ, ਕੋਈ ਪਿੱਠ ਪਿੱਛੇ ਕੁਛ ਨਹੀਂ ਰੱਖਣਾ, ਛੁਪਾ ਕੇ ਨਹੀਂ ਰੱਖਣਾ। ਤਾਂ PC ਲਾਲ ਇਹਨਾਂ ਨੂੰ ਬਹੁਤ ਪਸੰਦ ਆਏ, ਤਾਂ ਉਹਨਾਂ ਬਾਰੇ ਇਹਨੇ ਲਿਖਿਆ। ਫਿਰ ਮਨਜ਼ੂਰ ਕਾਦਰ ਕਰਕੇ ਹੋਏ ਨੇ, ਉਹ ਓਨੈਸਟ ਬੰਦੇ ਸੀ। ਪਾਕਿਸਤਾਨ 'ਚ ਜਦੋਂ ਡਿਵਾਈਡ ਹੋ ਗਿਆ ਤਾਂ ਉਹ ਪਾਕਿਸਤਾਨ 'ਚ ਰਹਿ ਕੇ ਚਲੇ ਗਏ ਉੱਥੇ, ਉੱਥੋਂ ਦੇ ਉਹ ਫੋਰਨ ਮਿਨਿਸਟਰ ਵੀ ਰਹੇ ਨੇ ਜੀ। ਅਤੇ ਕਾਫੀ ਕੁਛ ਉਹਨਾਂ ਬਾਰੇ ਲਿਖਿਆ। ਬਾਅਦ 'ਚ ਲਾਸਟ 'ਚ ਇਹ ਲਿਖਦੇ ਨੇ ਆਪਣੀ ਮਦਰ ਬਾਰੇ, ਵੀਰਾਂ ਬਾਈ। ਅਤੇ ਇਹ ਪੜ੍ਹ ਕੇ ਮਤਲਬ ਬਹੁਤ ਹੀ ਅਹਿਸਾਸ ਹੁੰਦਾ। ਔਰ ਜਦੋਂ ਇੱਕ ਵਾਰ ਪੜ੍ਹਨ ਲੱਗਦੇ ਤੁਸੀਂ ਸੋਚਦੇ ਵੀ ਹੁਣ ਅੱਗੇ ਕੀ ਹੈ, ਹੋਰ ਅੱਗੇ ਪੜ੍ਹੀਏ, ਹੋਰ ਅੱਗੇ ਪੜ੍ਹੀਏ। ਪੂਰੀ ਬੁੱਕ ਫਿਨਿਸ਼ ਕਰਕੇ, ਅਗਰ ਟਾਈਮ ਕਿਸੇ ਬੰਦੇ ਕੋਲ ਹੁੰਦਾ ਹੈ ਤਾਂ ਉਹ ਫਿਨਿਸ਼ ਕਰਕੇ ਹੀ ਛੱਡਦਾ ਹੈ। ਇਹ ਵੀ ਜਿਹੜੇ ਕ੍ਰਿਟਿਕਸ ਆ ਉਹਨਾਂ ਨੇ ਇਹ ਵੀ ਗੱਲ ਕਹੀ, ਕਹਿੰਦੇ ਕਿ ਇੱਦਾਂ ਦੀ ਗੱਲ ਨਹੀਂ ਹੈਗੀ ਕਿ ਇਹਦੇ ਵਿੱਚ ਕੋਈ ਪ੍ਰੋਮੀਨੈਂਟ ਪੰਜਾਬੀਜ਼ ਦਾ ਉਹਨਾਂ ਨੇ ਜ਼ਿਕਰ ਕੀਤਾ। ਉਹ ਕਹਿੰਦੇ ਕਿ ਜਿਹੜੇ ਉਹਨਾਂ ਦੇ ਆਪਣੇ ਫੇਵਰੇਟ ਬੰਦੇ ਸੀ, ਉਹਨਾਂ ਦੇ ਅਰਾਊਂਡ ਸੀਗੇ, ਉਹਨਾਂ ਦੇ ਫੈਮਿਲੀ ਐਂਡ ਫਰੈਂਡਸ, ਉਹੀ ਉਹਨਾਂ ਨੇ ਚੂਜ਼ ਕਰਕੇ ਉਹਨਾਂ ਬਾਰੇ ਹੀ ਲਿਖਿਆ। ਇਹ ਨਹੀਂ ਗੱਲ ਹੈਗੀ ਕਿ ਕੋਈ ਬਹੁਤ ਪ੍ਰੋਮੀਨੈਂਟ ਪੰਜਾਬੀਜ਼ ਬਾਰੇ ਲਿਖਿਆ। ਇਹ ਚੀਜ਼ ਹੋ ਸਕਦਾ ਕਿ ਮਾਇਆ ਦਇਆਲ ਜੀ ਨੇ ਜਿਹੜੀਆਂ ਕਲੈਕਟ ਕੀਤੀਆਂ ਇਹਦੇ 'ਚ ਬੁੱਕ 'ਚ ਪਾਈਆਂ ਨੇ, ਉਹਨਾਂ ਨੇ ਸਿਰਫ ਉਹੀ ਕਲੈਕਟ ਕਰ ਲਈਆਂ ਹੋਣਗੀਆਂ ਕਿ ਵੀ ਜਿਹੜੇ ਪਾਪਾ ਦੇ ਲਾਗੇ ਸੀਗੇ। ਠੀਕ ਹੈ। ਇਹ ਖੁਸ਼ਵੰਤ ਸਿੰਘ ਨੇ ਆਪ ਨਹੀਂ ਕੀਤਾ, ਵੀ ਸਿਰਫ ਉਹਨਾਂ ਨੂੰ ਹੀ ਰਿਨਾਊਂਡ ਦਿਖਾਇਆ। ਖੁਸ਼ਵੰਤ ਸਿੰਘ ਨੇ ਤਾਂ ਹੋਰ ਵੀ ਬਹੁਤ ਕੁਛ ਲਿਖਿਆ, ਲੇਕਿਨ ਇਹ ਕਿਤਾਬ ਨੂੰ ਇੰਨਾ ਕੀ ਰੱਖਣਾ ਸੀ ਕਿ ਮਾਇਆ ਦਇਆਲ ਨੇ ਜਿਨ੍ਹਾਂ ਨੂੰ ਇਹਨੂੰ ਐਡੀਟਡ ਕੀਤਾ ਹੈਗਾ, ਇਸ ਕਰਕੇ ਉਹਨਾਂ ਨੇ ਉਨੀਆਂ ਕੀ ਸਟੋਰੀਜ਼ ਦਿੱਤੀਆਂ ਹੋਣਗੀਆਂ। ਅਦਰਵਾਈਜ਼ ਇਹਨਾਂ ਨੇ ਖੁਸ਼ਵੰਤ ਸਿੰਘ ਨੇ ਕਾਫੀ ਕੁਛ ਲਿਖਿਆ ਹਰ ਚੀਜ਼ ਬਾਰੇ। ਔਰ ਹੋਰ ਵੀ ਰਾਈਟਰ ਜਿਹੜੇ ਅਗੇਂਸਟ ਵੀ ਸੀਗੇ, ਚਾਹੇ ਹਿੰਦੂਇਜ਼ਮ ਦੇ ਅਗੇਂਸਟ, ਚਾਹੇ ਪੰਜਾਬੀ ਦੇ ਅਗੇਂਸਟ, ਚਾਹੇ ਹੋਰ ਫਿਰ ਫਾਈਟਰਸ ਫॉर ਦਿਸ ਕੰਟਰੀ, ਉਹਨਾਂ ਬਾਰੇ ਵੀ ਲਿਖਿਆ। ਲੇਕਿਨ ਉਹ ਇਹ ਕਿਤਾਬ 'ਚ ਨਹੀਂ ਜਾਂਦੇ। ਲੇਕਿਨ ਹਾਂ, ਇਹਨਾਂ ਦੇ ਮਾਇਆ ਜੀ ਦੇ ਫਾਦਰ ਦੇ ਨਾਲ ਜਿਹੜੇ ਲੋਕ ਸੀ, ਉਹਨਾਂ ਬਾਰੇ ਉਹ ਚਰਚਾ ਕਰਦੇ ਹੁੰਦੇ ਸੀ। ਤਾਂ ਮਾਇਆ ਜੀ ਨੇ ਸੋਚਿਆ ਵੀ ਇਹ ਕਿਤਾਬ 'ਚ ਮੈਂ ਉਹਨਾਂ ਨੂੰ ਹੀ ਦਿਖਾਵਾਂ। ਅੱਛਾ, ਇਹ ਦੱਸੋ ਕਿ ਇਸ ਕਿਤਾਬ ਨੂੰ ਪੜ੍ਹਨ ਦਾ ਤਜਰਬਾ ਕਿੱਦਾਂ ਦਾ ਰਿਹਾ? ਐਕਸਪੀਰੀਅੰਸ ਕਿਹੋ ਜਿਹਾ ਰਿਹਾ ਤੁਹਾਡਾ? ਐਕਸਪੀਰੀਅੰਸ ਬਹੁਤ ਅੱਛਾ ਹੈ, ਕਿਉਂਕਿ ਮੈਂ ਰਿਹਾ ਪੰਜਾਬ ਤੋਂ ਬਾਹਰ, ਝਾਰਖੰਡ ਸਟੇਟ 'ਚ ਜਨਮੇ ਪਲੇ ਉੱਥੇ। ਜਨਮ ਵੀ ਮੇਰਾ ਉੜੀਸਾ ਦਾ ਹੈ, ਲੇਕਿਨ 2 ਸਾਲ ਬਾਅਦ 3 ਸਾਲ ਬਾਅਦ ਪੰਜਾਬ ਜਾਂਦਾ ਹੀ ਆਪਣਾ ਜ਼ਮੀਨ ਦਾ ਠੇਕਾ ਵਗੈਰਾ ਦੇਖਣ ਲੈਣ, ਤਾਂ ਬਾਅਦ 'ਚ ਫਿਰ ਵਾਪਸ ਇੱਥੇ ਹੀ। ਮੇਰੀ ਚੰਡੀਗੜ੍ਹ ਮੈਂ ਸਿਰਫ ਕਾਲਜ ਕੀਤਾ ਹੈ, ਵਾਪਸ ਜਾ ਕੇ ਜੌਬ ਮੇਰੀ ਉੱਥੇ ਹੀ ਹੋਈ ਹੈ। ਅਤੇ ਇਸ ਕਰਕੇ ਓਨਾ ਨਹੀਂ ਸੀ ਪਤਾ। ਤੁਹਾਨੂੰ ਮੈਂ ਹੋਰ ਚੀਜ਼ ਦੱਸਾਂ ਕਿ ਪੰਜਾਬੀ ਮੈਂ ਸਕੂਲ 'ਚ ਨਹੀਂ ਗਾ ਗਿਆ। ਅੱਛਾ। ਸਿਰਫ ਥੋੜ੍ਹੇ ਬਹੁਤ ਊੜਾ ਐੜਾ ਇਹਦਾ ਸਿੱਖ ਕੇ ਅਤੇ ਪਾਠ ਕਰਨ ਵਾਸਤੇ ਮਤਲਬ ਥੋੜ੍ਹੀ ਬਹੁਤ ਪੰਜਾਬੀ ਆਉਂਦੀ, ਥੋੜ੍ਹਾ ਬਹੁਤ ਲਿਖ ਲੈਣਾ। ਅਦਰਵਾਈਜ਼ ਪੰਜਾਬੀ ਮੈਂ ਸਕੂਲ 'ਚ ਜਾ ਕੇ ਨਹੀਂ ਪੜ੍ਹੀ। ਤਾਂ ਉਸੇ ਤਰ੍ਹਾਂ ਇਹਨਾਂ ਨੇ ਜੋ ਇਹ ਲਿਖਿਆ ਹੈਗਾ, ਇਹ ਸਾਨੂੰ ਪੰਜਾਬੀਅਤ ਬਾਰੇ ਔਰ ਕੌਣ ਉੱਥੇ ਹੋਏ ਆ। ਹੁਣ PC ਲਾਲ ਜੀ ਬਾਰੇ ਮੈਨੂੰ ਨਹੀਂ ਪਤਾ, ਮਨਜ਼ੂਰ ਕਾਦਰ ਬਾਰੇ ਮੈਨੂੰ ਨਹੀਂ ਪਤਾ। ਹੁਣ ਇਹਨਾਂ ਦੇ ਥਰੂ ਇਹ ਪੜ੍ਹ ਕੇ ਪਤਾ ਲੱਗਿਆ ਵੀ ਉਹ ਕਿਸ ਤਰ੍ਹਾਂ ਦੇ ਬੰਦੇ ਸੀ, ਔਰ ਖੁਸ਼ਵੰਤ ਸਿੰਘ ਕਿਸ ਤਰ੍ਹਾਂ ਦੇ ਬੰਦਿਆਂ ਨੂੰ ਲਾਈਕ ਕਰਦਾ ਸੀ, ਕੌਣ ਇਹਦੇ ਲਾਗੇ ਸੀ। ਇਹ ਚੀਜ਼ ਦਿਖਾਉਂਦੀ ਹੈ ਕਿਤਾਬ। ਅਤੇ ਪੰਜਾਬ ਤੋਂ ਤੁਸੀਂ ਬਾਹਰ ਰਹੇ ਹੋ, ਤੁਹਾਨੂੰ ਪੰਜਾਬ ਬਾਰੇ ਨਵੀਆਂ ਗੱਲਾਂ ਕੀ ਪਤਾ ਲੱਗੀਆਂ ਇਸ ਕਿਤਾਬ ਦੇ ਵਿੱਚੋਂ, ਜਿਹੜੀਆਂ ਪਹਿਲਾਂ ਤੁਹਾਡੀ ਨੌਲੇਜ ਦੇ ਵਿੱਚ ਨਹੀਂ ਸਨ? ਕਿਉਂਕਿ ਤੁਸੀਂ ਪੰਜਾਬ 'ਚ ਆਪ ਨਹੀਂ ਰਹੇ। ਤਕਰੀਬਨ ਮੈਂ ਉਸ ਗੱਲ ਨੂੰ ਕਹਿ ਸਕਦੀ ਹਾਂ ਕਿ ਜਿਹੜੇ ਪੰਜਾਬ ਤੋਂ ਬਾਹਰ ਰਹਿੰਦੇ ਆ, ਪੰਜਾਬ ਬਾਰੇ ਘੱਟ ਜਾਣਦੇ ਆ। ਜੇ ਅਸੀਂ ਹੁਣ ਕੈਨੇਡਾ 'ਚ ਰਹਿੰਦੇ ਹਾਂ, ਜੇ ਅਸੀਂ ਆਪਣੇ ਬੱਚਿਆਂ ਦੀ ਗੱਲ ਕਰੀਏ, ਨਵੀਆਂ ਜਨਰੇਸ਼ਨਸ ਦੀ ਗੱਲ ਕਰੀਏ,
ਉਹ ਵੀ ਨਾ ਮਾਤਰ ਹੀ ਪੰਜਾਬ ਬਾਰੇ ਜਾਣਦੇ ਆ। ਪਰ ਫਿਰ ਵੀ ਕਿਉਂਕਿ ਪੰਜਾਬ ਤੁਹਾਡਾ ਆਉਣਾ ਜਾਣਾ ਜ਼ਰੂਰ ਸੀ, ਤੁਹਾਨੂੰ ਆਈਡੀਆ ਜ਼ਰੂਰ ਸੀ, ਕੁਝ ਨਵੀਆਂ ਗੱਲਾਂ, ਕਿਉਂਕਿ ਇਹਦੇ ਵਿੱਚ ਪਤਾ ਲੱਗਾ ਕਿ ਬਹੁਤ ਸਾਰੀ ਉਹਨਾਂ ਦੇ ਤਜਰਬੇ, ਉਹਨਾਂ ਦੀ ਨਿੱਜੀ ਜਾਣਕਾਰੀ, ਉਹਨਾਂ ਦਾ ਆਪਣਾ ਜਿਹੜਾ ਗਿਆਨ ਸੀ, ਉਸ ਤੋਂ ਇਲਾਵਾ 1984 ਬਾਰੇ ਡੀਟੇਲਸ, ਜਿਹੜੇ ਉਸ ਵੇਲੇ 1984 ਜੋ ਕੁਝ ਹੋਇਆ, ਕਈ ਲੋਕ ਤਾਂ ਇਹ ਕਹਿੰਦੇ ਆ ਕਿ ਉਹਨਾਂ ਨੇ ਇੰਨੀ ਜ਼ਿਆਦਾ ਡੀਟੇਲ ਪਾਈ ਨਹੀਂ ਹੈਗੀ, ਉਹ ਇਸ ਗੱਲ 'ਤੇ ਸੈਟਿਸਫਾਈਡ ਨਹੀਂ ਹੈਗੇ, ਪਰ ਸਟਿਲ ਇਹਦਾ ਜ਼ਿਕਰ ਜ਼ਰੂਰ ਆਇਆ ਹੈਗਾ, ਕਿਉਂਕਿ ਓਪੀਨੀਅਨ ਸਾਰਿਆਂ ਦਾ ਵੱਖੋ ਵੱਖਰਾ ਹੁੰਦਾ, ਐਕਸਪੀਰੀਅੰਸ ਵੀ ਸਾਰਿਆਂ ਦਾ ਵੱਖੋ ਵੱਖਰਾ ਹੁੰਦਾ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਕਿ ਕੀ ਕੁਝ ਨਵਾਂ ਗੇਨ ਕੀਤਾ ਜੋ ਆਲਰੇਡੀ ਤੁਹਾਡੀ ਜਾਣਕਾਰੀ ਦੇ ਵਿੱਚ ਸੀ, ਉਹ 'ਚ ਵਾਧਾ ਹੋਇਆ ਹੋਵੇ? ਨਵਾਂ ਗੇਨ ਇਹ ਕੀਤਾ, ਅਸੀਂ ਤਾਂ ਜਾਂਦੇ ਹੀ ਫੋਰ ਉਨੀ ਗਰਮੀਆਂ 'ਚ, ਬਾਕੀ ਟਾਈਮ ਨਹੀਂ ਸੀ ਜਾਂਦੇ। ਗਰਮੀ ਦੀਆਂ ਛੁੱਟੀਆਂ ਸਕੂਲ 'ਚ ਹੋਣੀਆਂ, ਚਲੋ ਜੀ ਹੁਣ ਛੁੱਟੀਆਂ ਬੱਚਿਆਂ ਨੂੰ ਸਕੂਲ ਚਲੇ ਜਾਈਏ ਉਦੋਂ, ਲੇਕਿਨ ਬਾਕੀ ਟਾਈਮ ਤਾਂ ਗਏ ਨਹੀਂ। ਬਾਕੀ ਟਾਈਮ ਕਿਸ ਤਰ੍ਹਾਂ ਹੁੰਦਾ, ਕਿਸ ਤਰ੍ਹਾਂ ਉੱਥੇ ਹਰਿਆਲੀ, ਕਿਹੜੀਆਂ ਕਿਹੜੀਆਂ ਫਸਲਾਂ ਲੱਗਦੀਆਂ, ਕਿਸ ਤਰ੍ਹਾਂ ਦਾ ਹੈ ਵਾਤਾਵਰਣ, ਕਿਸ ਤਰ੍ਹਾਂ ਦਾ ਹੁੰਦਾ, ਕਿਹੜੇ ਫੈਸਟੀਵਲਸ ਉਸ ਵਕਤ ਆਉਂਦੇ ਨੇ, ਕਿੱਦਾਂ ਲੋਕ ਸੈਲੀਬ੍ਰੇਟ ਕਰਦੇ ਨੇ, ਉਹ ਇਹਦੇ 'ਚ ਦਿਖਦਾ ਹੈਗਾ। ਰਹੀ ਗੱਲ 1984 ਦੀ, 1984 'ਚ ਇਹਨਾਂ ਨੇ ਸ਼ਾਰਟ 'ਚ ਲਿਖਿਆ ਜਿੰਨਾ ਕੁ ਸੀਗਾ, ਔਰ ਬੜੀ ਬੋਲਡਲੀ ਲਿਖਿਆ, ਔਰ ਫਿਰ ਇਹਨਾਂ ਨੂੰ ਪਦਮ ਵਿਭੂਸ਼ਣ ਪਹਿਲਾਂ ਮਿਲਿਆ ਹੋਇਆ ਸੀਗਾ, ਉਹ ਵੀ 1984 ਦੇ ਅਗੇਂਸਟ ਇਹਨਾਂ ਨੇ ਰਿਟਰਨ ਕਰ ਦਿੱਤਾ। ਹਾਲਾਂਕਿ ਇਹ ਪੋਲੀਟੀਸ਼ੀਅਨ ਸੀਗੀ ਔਰ ਕਾਂਗਰਸ ਆਈ ਵੱਲੋਂ ਹੀ ਸੀ ਰਾਜ ਸਭਾ ਦੇ ਮੈਂਬਰ, ਲੇਕਿਨ ਇਹਨਾਂ ਨੇ ਉਹਨਾਂ ਦੇ ਅਗੇਂਸਟ ਜਾ ਕੇ ਉਹ ਵਾਪਸ ਕੀਤਾ ਕਿ ਮੈਂ ਇਹ ਅਪੋਜ਼ ਕਰਦਾ ਹੈਗਾ ਜਿਹੜਾ ਆਪਰੇਸ਼ਨ ਬਲੂ ਸਟਾਰ ਹੋਇਆ। ਸੋ ਪਦਮ ਭੂਸ਼ਣ ਉਹਨਾਂ ਨੇ ਵਾਪਸ ਕਰ ਦਿੱਤਾ ਸੀ 1984 ਦੇ ਵਿੱਚ, ਜਿਹੜਾ ਉਹਨਾਂ ਨੂੰ ਪਹਿਲਾਂ ਦਿੱਤਾ ਗਿਆ ਸੀਗਾ, 74 ਦੇ ਵਿੱਚ ਮਿਲਿਆ ਸੀ ਉਹਨਾਂ ਨੂੰ, ਪਰ ਬਾਅਦ ਦੇ ਵਿੱਚ ਉਹਨਾਂ ਨੂੰ ਫਿਰ ਪਦਮ ਵਿਭੂਸ਼ਣ ਵੀ ਮਿਲਿਆ, ਉਹ ਆਫਟਰ ਵਰਡਸ ਮਿਲਿਆ। ਹਾਂਜੀ, ਤੇ ਕਿਉਂਕਿ ਉਹਨਾਂ ਦੇ ਕੰਮ ਕਾਜ ਦੇਖ ਕੇ ਗਵਰਨਮੈਂਟ ਨੇ ਦੇਖਿਆ ਕਿ ਨਹੀਂ ਵੀ ਮਤਲਬ ਕਾਫੀ ਅੱਛਾ ਕੀਤਾ, ਫਿਰ ਪਦਮ ਵਿਭੂਸ਼ਣ ਨਾਲ ਵੀ ਇਹਨਾਂ ਨੂੰ ਸੁਸ਼ੋਭਿਤ ਕੀਤਾ ਗਿਆ। ਪੰਜਾਬ ਦੇ ਕਲਚਰ ਅਤੇ ਹਿਸਟਰੀ ਬਾਰੇ ਹੋਰ ਤੁਹਾਨੂੰ ਕੀ ਲੱਗਦਾ ਕਿ ਵੀ ਜਿਹੜੇ ਇੱਥੇ ਬੈਠੇ ਲੋਕ ਹੈ ਇਸ ਵੇਲੇ, ਸਪੈਸ਼ਲੀ ਮੈਂ ਸਾਡੀ ਜਿਹੜੀ ਯੰਗ ਜਨਰੇਸ਼ਨ ਆ, ਜੇ ਤੁਸੀਂ ਉਹਨਾਂ ਦੀ ਗੱਲ ਕਰੋ, ਬਹੁਤ ਵਾਰੀ ਹੁਣ ਆਪਾਂ ਇਸ ਗੱਲ ਦੀ ਸ਼ਿਕਾਇਤ ਕਰਦੇ ਹਾਂ, ਕੀ ਤੁਹਾਨੂੰ ਲੱਗਦਾ ਕਿ ਜੇ ਇਹ ਕਿਤਾਬ ਪੜ੍ਹਨਗੇ ਕੁਝ ਨਾ ਕੁਝ ਗੇਨ ਹੋਊਗਾ ਉਹਨਾਂ ਨੂੰ? ਯੈਸ, ਇਹ ਗੇਨ ਜ਼ਰੂਰ ਹੋਏਗਾ, ਕਿਉਂਕਿ ਆਪਣੀ ਪਹਿਚਾਨ ਉਹ ਅਹਿਸਾਸ ਕਰਨਗੇ ਕਿ ਪਹਿਲਾਂ ਕੀ ਸੀਗਾ ਤਾਂ ਅੱਜ ਕੀ। ਅਗਰ ਸਾਨੂੰ ਦਿਖਦਾ ਹੈ, ਸਾਨੂੰ ਲੋਕ ਦੱਸਦੇ ਨੇ ਜਾਂ ਪਿਕਚਰਾਂ 'ਚ ਲਿਆਉਂਦੇ ਨੇ ਜਾਂ ਰਾਈਟ ਕੋਈ ਲਿਖਦੇ ਨੇ ਅਤੇ ਕਿਸ ਤਰ੍ਹਾਂ ਦਾ, ਲੇਕਿਨ ਸੱਚਾਈ ਹੈ ਖੁਸ਼ਵੰਤ ਸਿੰਘ ਨੇ ਲਿਖੀ ਹੋਈ ਹੈ, ਅਤੇ ਸਾਨੂੰ ਉਹੀ ਚੀਜ਼ ਅਪਣਾਉਣੀ ਚਾਹੀਦੀ ਹੈ ਔਰ ਉਸ ਤਰ੍ਹਾਂ ਹੀ ਰਹਿਣਾ ਚਾਹੀਦਾ ਜਿਸ ਤਰ੍ਹਾਂ ਖੁਸ਼ਵੰਤ ਸਿੰਘ ਨੇ ਲਿਖਿਆ ਹੋਇਆ ਇੰਨੀ ਸੋਹਣੀ ਤਰ੍ਹਾਂ। ਇੱਥੇ ਮੈਂ ਥੋੜ੍ਹਾ ਜਿਹਾ ਹੋਰ ਆਪਣੇ ਸੁਣਨ ਵਾਲਿਆਂ ਨੂੰ ਦੱਸਿਆ ਕਿ ਕੁਝ ਜਿਹੜੇ ਰਿਵਿਊਜ਼ ਨੇ ਇਸ ਕਿਤਾਬ ਦੇ, ਤੁਹਾਡੇ ਲਈ ਮੈਂ ਉਹ ਵੀ ਲੈ ਕੇ ਆਈ ਹਾਂ। ਉਮਰ ਰਿਆਜ਼ ਨਾਂ ਦੇ ਇੱਕ ਵਿਅਕਤੀ ਨੇ, ਉਹਨਾਂ ਨੇ ਰਿਵਿਊ ਦੇ ਵਿੱਚ ਲਿਖਿਆ, ਕਹਿੰਦੇ ਦਿਸ ਬੁੱਕ ਇਜ਼ ਨੀਦਰ ਐਗਜ਼ੌਸਟਿਵ ਨੋਰ ਥੋਰੋ। ਬਹੁਤ ਜ਼ਿਆਦਾ ਡੀਟੇਲ ਦੇ ਵਿੱਚ ਨਹੀਂ ਹੈ, ਇਟਸ ਕਾਈਂਡ ਆਫ ਕਲੈਕਸ਼ਨ ਆਫ ਸਨਿਪਟਸ ਬੇਸਡ ਔਨ ਹਿਜ਼ ਪਰਸਨਲ ਇੰਪ੍ਰੈਸ਼ਨਸ। ਇਸੇ ਤਰ੍ਹਾਂ ਇੱਕ ਹੋਰ ਨੇ, ਅਨੁਰਾਧਾ ਗੋਇਲ, ਉਹਨਾਂ ਨੇ ਇਸ ਕਿਤਾਬ ਬਾਰੇ ਲਿਖਿਆ, ਕਹਿੰਦੇ ਮੇਰੀਆਂ ਬੜੀਆਂ ਮਿਕਸਡ ਜਿਹੀਆਂ ਫੀਲਿੰਗਸ ਨੇ ਇਸ ਕਿਤਾਬ ਬਾਰੇ। ਜਿਹੜੇ ਪੀਸਿਸ ਲਿਖੇ ਹੋਏ ਆ ਉਹ ਡਿਫਰੈਂਟ ਸਮੇਂ 'ਤੇ ਲਿਖੇ ਗਏ ਆ, ਸਾਨੂੰ ਕਹਿੰਦੇ ਟਾਈਮ ਲਾਈਨ ਨਹੀਂ ਮਿਲਦੀ। ਇਜ਼ ਦੈਟ ਰਾਈਟ? ਕਿ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਉਹਨਾਂ ਨੇ ਇਹ ਕਿਹੜੇ ਸਮੇਂ ਦੇ ਦੌਰਾਨ ਲਿਖਿਆ, ਜੇ ਕੋਈ ਖਾਸ ਆਰਟੀਕਲ ਲਿਖਿਆ ਤਾਂ। ਇਹ ਸਹੀ, ਇਹ ਟਾਈਮ ਤੋਂ ਉਦੋਂ ਉਹਨਾਂ ਨੇ ਲਿਖਿਆ ਹੀ ਹੋਏਗਾ ਆਪਣੀ ਡਾਇਰੀ 'ਚ, ਲੇਕਿਨ ਮਾਇਆ ਦਿਆਲ ਨੇ, ਇਹਨਾਂ ਦੀ ਬੇਟੀ ਨੇ ਜੋ ਅੱਗੇ ਦਿੱਤੀਆਂ ਨੇ, ਉਹ ਡੇਟਸ ਜਾਂ ਪਰਟੀਕੂਲਰ ਕਿਹੜੇ ਟਾਈਮ 'ਤੇ ਲਿਖੀਆਂ ਉਹ ਨਹੀਂ ਕਿਹਾ ਗਿਆ, ਔਰ ਉਹਨਾਂ ਨੇ ਆਪਣੀ ਸਟੋਰੀ 'ਚ ਤਾਂ ਉਹ ਲਿਖਿਆ ਨਹੀਂ ਵੀ ਆ ਮੈਂ ਡੇਟ 'ਤੇ ਇਸ ਡੇਟ ਨੂੰ ਲਿਖ ਰਿਹਾ, ਇਸ ਕਰਕੇ ਉਹ ਡੇਟ ਸਾਹਮਣੇ ਨਹੀਂ ਆ ਰਹੀ। ਇਸੇ ਰਿਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ 1984 ਬਾਰੇ ਵੀ ਜਿਹੜਾ ਲਿਖਿਆ ਗਿਆ ਉਹ ਇੰਨਾ ਕਹਿੰਦੇ ਫੇਅਰ ਨਹੀਂ ਹੈਗਾ, ਅਤੇ ਨਾਲ ਗੱਲ ਕੀਤੀ ਹੈ, ਕਹਿੰਦੇ ਸਿੱਖਾਂ ਦੀ ਜਿਹੜੀ ਹਿਸਟਰੀ ਦਿੱਤੀ ਹੈ ਉਹਦੇ ਬਾਰੇ ਵੀ ਇੰਨਾ ਜ਼ਿਆਦਾ ਉਹ ਅਗਰੀ ਨਹੀਂ ਕਰਦੇ। ਮੋਟੇ ਤੌਰ 'ਤੇ ਉਹਨਾਂ ਨੇ ਇਹੀ ਲਿਖਿਆ। ਦੇਖੋ, ਅਗਰ ਇਹਨੂੰ ਪੜ੍ਹਨ, ਮਤਲਬ ਉਹ ਰਿਵਿਊਜ਼ ਇੱਕ ਬੰਦੇ ਦੇ ਹੋ ਸਕਦੇ ਆ। ਯੈਸ, ਅਗਰ ਹੋਰ ਕੋਈ ਬੰਦਾ ਪੜ੍ਹੇ ਇਹਨੂੰ ਔਰ ਇਹਨੂੰ ਤੁਸੀਂ 1-2 ਮਹੀਨੇ ਬਾਅਦ ਫਿਰ ਤੋਂ ਇਹਦੀ ਰਿਵਿਊ ਕਰ ਲਓ, ਉਹ ਦੇਖਣਗੇ ਕਿ ਵੀ ਜੀਸਟ ਵਿੱਚ ਸਾਰੀ ਚੀਜ਼ ਦਰਸਾਈ ਹੋਈ ਹੈ, ਕਦੋਂ ਕਿਸ ਤਰ੍ਹਾਂ ਹੋਇਆ, ਕਿਹਨੂੰ ਕੀ ਕਿਹਾ ਗਿਆ, ਗਿਆਨੀ ਜੈਲ ਸਿੰਘ ਨੂੰ ਪੁੱਛਿਆ ਤੱਕ ਨਹੀਂ ਗਿਆ, ਇਸ ਤਰ੍ਹਾਂ ਹੋਇਆ, ਗਿਆਨੀ ਜੈਲ ਸਿੰਘ ਨੇ ਬਾਅਦ 'ਚ ਕੀ ਕੀਤਾ, ਉਹ ਇਹ 'ਚ ਦਿਖਾਇਆ ਹੋਇਆ ਹੈ। ਇਸ ਮਤਲਬ ਸ਼ਾਰਟ ਚੀਜ਼ ਨੂੰ ਪ੍ਰਿਸਾਈਜ਼ ਕਰਕੇ ਦਿਖਾਇਆ ਗਿਆ, ਉਹ ਕੀਤਾ ਗਿਆ, ਇਲੈਬੋਰੇਟ ਕਰਕੇ ਨਹੀਂ ਦਿਖਾਇਆ ਗਿਆ। ਸਾਡੇ ਨਾਲ ਅਸੀਂ ਇਸ ਵੇਲੇ ਸ਼ਾਮਿਲ ਕਰ ਰਹੇ ਹਾਂ ਸ਼ੈਲੀ ਤੇਜਾ ਹੁਣਾਂ ਨੂੰ, ਜਿਨ੍ਹਾਂ ਨੇ ਸੁਖਵਿੰਦਰ ਧਾਲੀਵਾਲ ਹੁਣਾਂ ਨੂੰ ਇਹ ਕਿਤਾਬ ਗਿਫਟ ਕੀਤੀ ਸੀ, ਅਤੇ ਸਾਡੇ ਬਹੁਤ ਸਾਰੇ ਸੁਣਨ ਵਾਲਿਆਂ ਦੇ ਲਈ ਉਹ ਕਿਤਾਬਾਂ ਪੜ੍ਹਨ ਦੇ ਲਈ ਮੋਟੀਵੇਟਰ ਵੀ ਨੇ। ਹਾਂਜੀ ਸ਼ੈਲੀ ਤੇਜਾ ਜੀ, ਸਵਾਗਤ ਹੈ ਤੁਹਾਡਾ।
ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਮੈਂ ਤੁਹਾਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਤੁਹਾਡਾ ਹੀ ਇਹ ਉਪਰਾਲਾ ਸੀ ਜਿਹੜਾ ਬੁੱਕ ਰਿਵਿਊ ਵਾਲਾ, ਔਰ ਆਪਣੇ ਸੁਖਵਿੰਦਰ ਜੀ ਦੂਜੇ ਉਹਦੇ ਰਿਵਿਊ ਕਰਨ ਵਾਲੇ ਬਣੇ, ਔਰ ਇਹਨਾਂ ਨੇ ਆਪਣੇ ਆਪ ਨੂੰ ਵਲੰਟੀਅਰ ਕੀਤਾ ਜੀ। ਇਹ ਤੁਹਾਡੇ ਸਦਕਾ ਹੀ ਆ। ਮੈਂ ਕਹਿੰਦੀ ਕਿ ਤੁਹਾਡਾ ਬਹੁਤ ਸਹਿਯੋਗ ਰਿਹਾ। ਦੇਖੋ, ਮੈਂ ਤੁਹਾਡਾ ਵੀ ਧੰਨਵਾਦ ਕਰਦੀ ਹਾਂ। ਹਾਂਜੀ, ਦੇਖੋ ਜਿਹੜੇ ਪੰਜਾਬੀ ਨੇ ਨਾ, ਜੈਨੇਟਿਕਲੀ ਵੀ ਮੈਂ ਕਾਫੀ ਸਕਾਲਰਸ ਨੂੰ ਮਿਲਿਆ, ਉਹ ਕਹਿੰਦੇ ਨੇ ਅਸੀਂ ਸਰੋਤੇ ਚੰਗੇ ਆ, ਪਾਠਕ ਨਹੀਂ ਚੰਗੇ। ਉਹਦਾ ਇੱਕ ਮੈਂ ਉਹਨਾਂ ਨੇ ਮੈਨੂੰ ਦੱਸਿਆ, ਜਸਟੀਫਾਈ ਵੀ ਕੀਤਾ ਇਸ ਤਰੀਕੇ ਨਾਲ ਕਿ ਜਿਹੜੀ ਸਾਡੀ ਹੀਰ ਹੈ, ਜਿਹੜੀ ਕਲਾਸਿਕ ਹੈ ਸਾਡਾ ਲਿਟਰੇਚਰ, ਉਹ ਦਮੋਦਰ ਦੀ ਨਹੀਂ ਪਪੂਲਰ ਹੋਈ, ਉਹ ਹੋਈ ਵਾਰਿਸ ਸ਼ਾਹ ਦੀ, ਕਿਉਂਕਿ ਸੁਣੀ ਜਾਂਦੀ ਹੈ ਜੀ। ਲੋਕਾਂ ਨੇ ਹੀਰ ਪੜ੍ਹੀ ਨਹੀਂ, ਸੁਣੀ ਹੈ। ਅਸੀਂ ਪਾਠਕ, ਹਾਂਜੀ, ਪਾਠਕ ਚੰਗੇ ਨਹੀਂ ਆ, ਅਸੀਂ ਸਰੋਤੇ ਚੰਗੇ ਆ ਪੰਜਾਬੀ। ਪਹਿਲੀ ਗੱਲ ਤੇ ਦੂਸਰੀ ਗੱਲ ਜਿਹੜੀ ਮੈਂ ਇਹਨਾਂ ਨੂੰ ਕਿਤਾਬ ਆਏ ਸੀ ਮੇਰੇ ਕੋਲ, ਤੇ ਮੈਂ ਫਿਰ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ, ਇਹਨਾਂ ਦੀ ਪਰਸਨੈਲਿਟੀ ਦੇਖੀ, ਮੈਨੂੰ ਏਦਾਂ ਲੱਗਦਾ ਸੀ ਕਿਉਂਕਿ ਖੁਸ਼ਵੰਤ ਸਿੰਘ ਉਹ ਰਾਈਟਰ ਨੇ ਜਿਹੜੇ ਮੇਰੇ ਪਸੰਦੀਦਾ ਰਾਈਟਰ ਨੇ, ਤੇ ਮੇਰੇ ਫਾਦਰ ਦੇ ਵੀ ਸੀ, ਕਿਉਂਕਿ ਅਸੀਂ ਉਸ ਜਨਰੇਸ਼ਨ ਨੂੰ ਬਿਲੋਂਗ ਕਰਦੇ ਹਾਂ ਜਦੋਂ ਇਹਨਾਂ ਦੀਆਂ ਜਿਹੜੀਆਂ ਤੁਸੀਂ ਕਹਿ ਰਹੇ ਸੀ ਨਾ ਆਰਟੀਕਲ, ਸ਼ਾਰਟ ਸਟੋਰੀਜ਼, ਇਹਨਾਂ ਦੀਆਂ ਪਬਲਿਸ਼ ਹੁੰਦੀਆਂ ਸੀ ਨਿਊਜ਼ਪੇਪਰ ਦੇ ਵਿੱਚ, ਹਿੰਦੁਸਤਾਨ ਟਾਈਮਸ ਹੈ, ਵਿਦ ਮੈਲਿਸ ਟੂ ਵਨ ਐਂਡ ਆਲ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਇਹ ਉਹ ਰਾਈਟਰ ਨੇ ਜਿਨ੍ਹਾਂ ਨੇ ਜਿਹੜੇ ਫਿਕਸ਼ਨ, ਹਿਸਟਰੀ, ਪੋਇਟਰੀ ਤੇ ਹਿਊਮਰ ਨੂੰ ਇਕੱਠਾ ਕਰ ਲੈਂਦੇ ਨੇ ਹਰ ਬੁੱਕ 'ਚ, ਔਰ ਇਹ ਪਹਿਲੇ ਰਾਈਟਰ ਸੀ, ਸਿੱਖ ਰਾਈਟਰ ਸੀ। ਔਰ ਸਿੱਖਾਂ ਦੇ ਵਿੱਚ ਸਭ ਤੋਂ ਜ਼ਿਆਦਾ ਅਗਰ ਮੈਨੂੰ ਪੁੱਛੋ ਤੇ ਕੋਈ ਮੋਸਟ ਲਰਨਡ ਨੇ, ਉਹ ਇਹ ਨੇ। ਇਹਨਾਂ ਨੇ ਬਹੁਤ ਕਿਤਾਬਾਂ ਪੜ੍ਹੀਆਂ ਔਰ ਸਾਰੀ ਦੁਨੀਆ ਘੁੰਮੀ ਆਲਮੋਸਟ। ਜਿਹੜੀ ਹਿਸਟਰੀ ਆਫ ਸਿੱਖ ਲਿਖੀ ਇਹਨਾਂ ਨੇ, ਕਿਉਂਕਿ ਜਿਹੜੇ ਸਿੱਖਾਂ ਦੇ ਵਿੱਚ ਹਿਸਟਰੀ, ਜਿਹੜੀ ਮਾਡਰਨ ਹਿਸਟਰੀ ਲਿਖਣ, ਫੈਕਟਸ, ਈਵੈਂਟਸ, ਡੇਟਸ, ਰੈਫਰੈਂਸਿਸ ਵਾਲੇ ਹੈ ਨਹੀਂ ਸੀ ਕੋਈ, ਤੇ ਇਹ ਹੀ ਵਾਸ ਦਾ ਫਰਸਟ ਵਨ। ਸੋ ਇਹਨਾਂ ਦੀ ਜਿਹੜੀ ਹਿਸਟਰੀ ਆਫ ਸਿੱਖਸ ਹੈ, ਐਂਡ ਮਹਾਰਾਜਾ ਰਣਜੀਤ ਸਿੰਘ, ਉਹ ਇੱਕ ਕਲਾਸਿਕ ਹੈ, ਔਰ ਉਹ ਆਕਸਫੋਰਡ ਦੀ ਪਬਲੀਕੇਸ਼ਨ ਹੈ। ਸੋ ਜੇ ਇਸ ਕਿਤਾਬ ਦੇ ਵਿੱਚ ਥੋੜ੍ਹੀ ਜਿਹੀ ਜਿਸਟ ਪੇਸ਼ ਕੀਤੀ ਗਈ ਆ, ਘੱਟੋ ਘੱਟ ਇੰਨਾ ਜ਼ਰੂਰ ਆ ਕਿ ਸਾਨੂੰ ਪੜ੍ਹਨ ਦੇ ਲਈ ਉਕਸਾਹਟ ਜ਼ਰੂਰ ਹੁੰਦੀ ਹੈ ਕਿ ਆਪਾਂ ਹੋਰ ਪੜ੍ਹੀਏ, ਹੋਰ ਦੇਖੀਏ ਵੀ ਕੀ ਹੈਗਾ ਜਿਹੜਾ ਰਹਿ ਗਿਆ। ਬਿਲਕੁਲ ਜੀ, ਔਰ ਇਹ ਕਿਤਾਬ ਰਿਕਮੈਂਡਡ ਹੈ ਫॉर ਕਲਚਰਲ ਐਂਥੂਸੀਆਸਟ, ਜਿਹੜੇ ਹੁਣ ਸਪੋਜ਼ਿੰਗਲੀ ਸਾਡੀ ਨੈਕਸਟ ਜਨਰੇਸ਼ਨ ਹੈ, ਉਹਨਾਂ ਨੂੰ ਨਹੀਂ ਪਤਾ ਕਿ ਪੰਜਾਬ ਦੀ ਬੈਕਗਰਾਉਂਡ ਕੀ ਹੈ, ਕਿੱਦਾਂ ਪੰਜਾਬ ਬਣਿਆ, ਇਹਦੇ ਨਾਮ ਕੀ ਸੀ, ਪੁਰਾਣੇ ਨਾਮ ਕੀ ਸੀ, ਔਰ ਪੰਜਾਬੀਅਤ ਕੀ ਹੈ, ਔਰ ਜਿਹੜੀ ਬਾਇਓਗ੍ਰਾਫੀਜ਼ ਨੇ, ਜਿਹੜੇ ਖੁਸ਼ਵੰਤ ਸਿੰਘ ਦੇ ਪਸੰਦੀਦਾ ਲੋਕ ਸੀ। ਕਿਉਂਕਿ ਅਸੀਂ ਜਦੋਂ ਉਸ ਰਾਈਟਰ ਨੂੰ ਪੜ੍ਹ ਰਹੇ ਹਾਂ ਜਿਹੜਾ ਹਿੰਦੁਸਤਾਨ ਦਾ ਮੋਸਟ ਵਾਈਡਲੀ ਐਂਡ ਹਾਈਐਸਟ ਸੈਲਿੰਗ ਆਥਰ ਹੈ ਜੀ, ਉਹਦੀ ਕੋਈ ਵੀ ਜਿਹੜੀ ਕਿਤਾਬ, ਖੁਸ਼ਵੰਤ ਸਿੰਘ ਹਰਾਂ ਦੀ ਕੋਈ ਵੀ ਜਿਹੜੀ ਕਿਤਾਬ ਹੋਏਗੀ, ਉਹਦੇ ਵਿੱਚ ਫੈਕਟਸ, ਰੈਫਰੈਂਸਿਸ, ਈਵੈਂਟਸ, ਡੇਟਸ, ਹਰ ਚੀਜ਼ ਜਿਹੜੀ ਬੜੀ ਡਿਟੇਲ ਦੇ ਵਿੱਚ ਹੋਏਗੀ, ਔਰ ਉਸ ਨੂੰ ਪੜ੍ਹਦੇ ਮਜ਼ਾ, ਉਹ ਹਿਊਮਰ ਮਿਕਸ ਹੋਏਗਾ। ਇਸ ਕਰਕੇ ਤੁਸੀਂ ਕੋਈ ਜਿਹੜਾ ਹੁਣ ਤੁਹਾਡੇ ਬਹੁਤ ਏਦਾਂ ਦੇ ਸਰੋਤੇ ਹੋਣਗੇ ਜਿਹੜੀ ਪਹਿਲੀ ਵਾਰੀ ਕਿਤਾਬ ਪੜ੍ਹਨੀ ਹੋਗੀ। ਦੇਖੋ, ਆਪਾਂ ਕਿਤਾਬ ਕਿਉਂ ਨਹੀਂ ਪੜ੍ਹ ਪਾਉਂਦੇ? ਕਿਉਂਕਿ ਸਾਨੂੰ ਆਪਣੀ ਪਸੰਦੀਦਾ ਕਿਤਾਬ ਲੱਭੀ ਨਹੀਂ। ਹਾਂਜੀ, ਆਪਣੀ ਗੱਲ ਹੋਈ ਪਹਿਲਾਂ ਵੀ ਇਹਦੇ ਬਾਰੇ ਕਿ ਸਾਨੂੰ ਇਹੀ ਨਹੀਂ ਪਤਾ ਲੱਗਦਾ ਸ਼ੁਰੂਆਤ ਕਿੱਥੋਂ ਕੀਤੀ ਜਾਵੇ। ਬਿਲਕੁਲ, ਔਰ ਇਹ ਜਿਹੜੇ ਸੁਖਵਿੰਦਰ ਹਰੀ ਨੇ, ਇਹਨਾਂ ਦੇ ਬਾਰੇ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਇਹਨਾਂ ਦੀ ਜਿਹੜੀ ਕਿਊਰੀਓਸਿਟੀ ਹੈ ਨਾ, ਉਹ ਅਮੇਜ਼ਿੰਗ ਹੈ। ਮੈਂ ਉਹ ਦੇਖਿਆ ਇਹਨਾਂ ਦੇ ਵਿੱਚ। ਪਰ ਇਹ ਤੁਹਾਡੇ ਪ੍ਰੋਗਰਾਮ, ਇਹ ਬਹੁਤ ਅੱਛੇ ਲਿਸਨਰ ਨੇ। ਇਹ ਤੁਹਾਡੇ ਪ੍ਰੋਗਰਾਮ ਸੁਣ ਕੇ ਸਰਦਾਰ ਅਮਰ ਸਿੰਘ ਹਰਾਂ ਨੂੰ, ਮੈਨੂੰ, ਹੋਰ ਉਹ ਜਿਹੜੇ ਮਿਸਟਰ ਧਵਨ ਨੇ, ਇਹ ਸਭ ਨੂੰ ਮਿਲਣ ਪਹੁੰਚ ਜਾਂਦੇ ਨੇ। ਇਹ ਇਹਨਾਂ ਦੇ ਵਿੱਚ ਬਹੁਤ ਖੂਬੀ ਹੈ। ਮੈਂ ਇਹਨਾਂ ਨੂੰ ਬੜਾ ਕਲੋਜ਼ਲੀ ਵਾਚ ਕੀਤਾ, ਔਰ ਇਹਨਾਂ 'ਚ ਬੜੀ ਸ਼ਿੱਦਤ ਹੈ ਹਰ ਚੀਜ਼ ਨੂੰ ਜਾਣਨ ਦੀ। ਸ਼ੁਕਰੀਆ ਤੁਹਾਡਾ ਕਨੈਕਟ ਕਰਾਉਣ ਦੇ ਲਈ। ਅਤੇ ਹਾਲੇ ਇੱਕ ਗੱਲ ਤੁਹਾਡੇ ਕੋਲੋਂ ਮੈਂ ਹੋਰ ਪੁੱਛ ਲੈਂਦੀ ਹਾਂ ਕਿ ਕਿਤਾਬਾਂ ਹੈਗੀਆਂ ਤੁਹਾਡੇ ਕੋਲ ਹੋਰ? ਬਿਲਕੁਲ ਜੀ, ਮੈਂ ਪਿਛਲੀ ਵਾਰੀ ਵੀ ਨਵਜੋਤ ਜੀ ਪ੍ਰੋਗਰਾਮ 'ਤੇ ਅਨਾਊਂਸ ਵੀ ਕੀਤਾ ਸੀ ਨੰਬਰ। ਮੇਰੇ ਕੋਲ ਕਿਤਾਬਾਂ ਹੈਗੀਆਂ। ਮੈਂ ਤੁਹਾਨੂੰ ਦੱਸਦਾ ਕੀ ਹੋਇਆ। ਪਿਛਲੀ ਵਾਰੀ ਮੈਂ ਕੋਈ 15 ਕੁ ਕਿਤਾਬਾਂ ਲੈ ਕੇ ਗਿਆ ਸਰੀ। ਅੱਛਾ। ਤੇ ਜਿੱਦਾਂ ਫੋਨ ਆਇਆ ਮੈਂ ਉਸ ਮੁਤਾਬਿਕ ਗਿਆ। ਮੈਂ ਜਿਹੜੀ ਪਹਿਲੀ ਲੇਡੀ ਕੋ ਗਿਆ ਤੇ ਉਹਨੇ ਕੀ ਕੀਤਾ, ਮੇਰੀਆਂ 90% ਕਿਤਾਬਾਂ ਉਹਨੇ ਲੈ ਲਈਆਂ। ਅੱਛਾ। ਕਹਿੰਦੇ ਮੈਨੂੰ ਆ ਵੀ ਦੇ ਦਿਓ, ਆ ਵੀ ਦੇ ਦਿਓ। ਉਹ ਸ਼ੀ ਵਾਜ਼ ਸੋ ਕਿਊਰੀਅਸ। ਮੈਂ ਫਿਰ ਸਾਰੀ ਫਿਰ ਜਦੋਂ ਸੈਕਿੰਡ ਕੋਲ ਗਿਆ, ਜਿਹੜੇ ਸੈਕਿੰਡ ਕਾਲ ਆਈ ਸੀ ਉਹ ਡਾਕਟਰ ਜਸਮਿੰਦਰ ਜੌਹਲ ਨੇ, ਸੁਖਮਿੰਦਰ ਜੌਹਲ ਜੀ, ਉਹਨਾਂ ਕੋਲ ਮੇਰੇ ਕੋਲ 2-3 ਬੱਚੀਆਂ ਤੇ ਬਾਕੀ ਮੇਰੇ ਕੋਲ ਖਾਲੀ ਹੋ ਗਿਆ। ਮੈਨੂੰ ਇਹ ਪਤਾ ਨਹੀਂ ਸੀ ਕਿ ਮੈਂ ਸਾਰੀਆਂ ਲੈ ਜਾਂਦਾ ਹੋਰ। ਮੈਂ ਸੋਚਿਆ ਇੰਨੀਆਂ ਹੋਣਗੀਆਂ। ਪਰ ਮੈਂ ਤਾਂ ਉਹ ਦੇਖਿਆ, ਇਹ ਜਿਹੜੇ ਦੋਨੇ ਹੀ ਕਾਲਰ ਸੀ, ਜਿਹੜੇ ਦੋਨੇ ਜਿਨ੍ਹਾਂ ਨੇ ਕਿਤਾਬਾਂ ਲਈਆਂ, ਇਹ ਸਾਡਾ ਪ੍ਰੋਗਰਾਮ ਸੁਣਦੇ ਨੇ ਬੜੇ ਧਿਆਨ ਨਾਲ। ਉਹ ਮੈਨੂੰ ਕਹਿੰਦੇ ਥਿੰਕ ਲਾਈਕ ਅ ਮੌਂਕ ਜਿਹੜੀ ਕਿਤਾਬ ਹੈ, ਮੈਨੂੰ ਤੁਸੀਂ ਕਿੱਥੋਂ? ਮੈਂ ਉਹ ਪਹਿਲੀ ਜਿਹੜੀ ਕਾਲਰ ਸੀ ਉਹਨਾਂ ਨੂੰ ਦੇ ਦਿੱਤੀ ਕਿਤਾਬ, ਦੂਸਰੇ ਕੋ ਮੇਰੇ ਕੋਲ ਦੇ ਵੀ ਨਹੀਂ ਹੋਈ। ਅੱਛਾ। ਤੇ ਮੈਨੂੰ ਏਦਾਂ ਬੁਰਾ ਵੀ ਲੱਗਿਆ ਕਿ ਮੈਨੂੰ ਹੁਣ ਮੈਂ ਕਿੱਥੋਂ ਇਹਨਾਂ ਨੂੰ ਪ੍ਰੋਵਾਈਡ ਕਰਾਂ।
ਐਨੀ ਹਾਓ ਮੈਂ ਉਹਨਾਂ ਦੇ ਨਾਲ ਇਨ ਟੱਚ ਹੈਗਾ, ਉਹਨਾਂ ਨੂੰ ਮੈਂ ਪ੍ਰੋਵਾਈਡ ਕਰਾਂਗਾ ਇਹ ਬੁੱਕ। ਅਜੇ ਵੀ ਮੇਰੇ ਕੋਲ ਬਹੁਤ ਕਿਤਾਬਾਂ ਪਈਆਂ ਨੇ ਖੁਸ਼ਵੰਤ ਸਿੰਘ ਦੀਆਂ, ਮੇਰੇ ਕੋਲ ਕਾਫੀ ਕਿਤਾਬਾਂ ਨੇ। ਮੇਰਾ ਸਭ ਤੋਂ ਜ਼ਿਆਦਾ ਅਗਰ ਪਸੰਦੀਦਾ ਹੈਗਾ ਤੇ ਸਭ ਤੋਂ ਜ਼ਿਆਦਾ ਕਿਤਾਬਾਂ ਵੀ ਮੈਂ ਇਹਨਾਂ ਦੀਆਂ ਪੜ੍ਹੀਆਂ ਨੇ। ਓਕੇ, ਠੀਕ ਹੈ, ਕਾਫੀ ਪਈਆਂ ਨੇ। ਸੋ ਹਾਲੇ ਸਕੋਪ ਹੈਗਾ ਕਿ ਸਾਡੇ ਸੁਣਨ ਵਾਲਿਆਂ ਨੂੰ ਜੇ ਤੁਸੀਂ ਕੁਝ ਗਿਫਟ ਕਰਨਾ ਚਾਹੁੰਦੇ ਹੋ ਤਾਂ। ਬਿਲਕੁਲ ਮੈਂ ਜਿਹੜੀ ਪੜ੍ਹ ਲੈਣਾ, ਮੈਂ ਕਿਤਾਬ ਰੱਖਦਾ ਨਹੀਂ, ਬਿਲਕੁਲ ਪੋਜੈਸ਼ਨ ਨਹੀਂ ਰੱਖਦਾ। ਥੈਂਕ ਯੂ ਸੋ ਮਚ, ਥੈਂਕ ਯੂ, ਰੀਲੀ ਐਪਰੀਸ਼ੀਏਟ। ਸੋ ਸ਼ੈਲੀ ਤੇਜਾ ਹੁਣਾਂ ਦਾ ਨੰਬਰ ਦੇ ਦਿੰਦੇ ਇੱਕ ਵਾਰੀ ਫਿਰ, ਜੇ ਕੋਈ ਕਿਤਾਬ ਪੜ੍ਹਨ ਦਾ ਚਾਹਵਾਨ ਹੈ ਤਾਂ ਇਹਨਾਂ ਦੇ ਨਾਲ 6046148362 'ਤੇ ਕੌਂਟੈਕਟ ਕੀਤਾ ਜਾ ਸਕਦਾ। 604-614-8362 ਇਹਨਾਂ ਦਾ ਨੰਬਰ ਹੈ। ਸੁਖਵਿੰਦਰ ਹੁਣਾਂ ਨੇ ਆਪਣੇ ਐਂਗਲ ਤੋਂ ਇਹ ਕਿਤਾਬ ਪੜ੍ਹੀ ਹੈ, ਕਹਿੰਦੇ ਕਿ ਮੈਂ ਪੰਜਾਬ ਤੋਂ ਬਾਹਰ ਰਿਹਾ, ਮੈਨੂੰ ਤਾਂ ਇਹ ਕਿਤਾਬ ਪੜ੍ਹ ਕੇ ਕਾਫੀ ਜ਼ਿਆਦਾ ਐਨਲਾਈਟਨਿੰਗ ਹੋਈ ਹੈ, ਕੁਝ ਨਵੀਆਂ ਗੱਲਾਂ ਪਤਾ ਲੱਗੀਆਂ। ਸੁਖਵਿੰਦਰ ਜੀ, ਹੋਰ ਇਸ ਕਿਤਾਬ ਬਾਰੇ ਜੇ ਤੁਹਾਨੂੰ ਲੱਗਦਾ ਕਿ ਕੁਝ ਸੁਣਨ ਵਾਲਿਆਂ ਦੇ ਨਾਲ ਤੁਸੀਂ ਗੱਲ ਸ਼ੇਅਰ ਕਰਨੀ ਚਾਹੁੰਦੇ ਹੋ ਜਿਹੜੀ ਰਹਿ ਗਈ ਹੋਵੇ? ਰਿਗਾਰਡਿੰਗ ਇਹ ਕਿਤਾਬ ਬਾਰੇ ਮਤਲਬ ਹੋਰ ਤਾਂ ਕੋਈ ਬਰੀਫਲੀ ਮਤਲਬ ਸਭ ਕੁਝ ਦੱਸ ਦਿੱਤਾ ਹੈਗਾ। ਔਰ ਇਹਦੇ ਜਿਹੜਾ ਮਿਡਲ ਪਾਰਟ ਹੈਗਾ ਅਬਾਊਟ ਪੰਜਾਬੀਅਤ ਨੂੰ ਇਹਨਾਂ ਨੇ ਜ਼ਿਆਦਾ ਇਲੈਬੋਰੇਟ ਕੀਤਾ ਹੈਗਾ ਜੀ, ਕਿ ਪੰਜਾਬੀਅਤ ਕੀ ਹੈਗੀ, ਕਿਸ ਤਰ੍ਹਾਂ ਹੈਗਾ, ਸਾਡਾ ਕਲਚਰ ਕੀ ਹੈਗਾ, ਸਾਡੀਆਂ ਬੁੱਕਸ ਕਿਹੜੀਆਂ ਹੈਗੀਆਂ ਨੇ, ਕੀ ਅਸੀਂ ਮੰਨਦੇ ਹਾਂ, ਕਿਸ ਤਰ੍ਹਾਂ ਕਰਦੇ ਹਾਂ, ਉਹਦੇ ਬਾਰੇ ਦਰਸਾਇਆ ਹੈ ਮਿਡਲ ਵਿੱਚ। ਅਤੇ ਉਹ ਜ਼ਿਆਦਾ ਪੋਰਸ਼ਨ ਹੈਗਾ। ਹਿਸਟਰੀ ਜਿਹੜੀ ਬਿਗਨਿੰਗ ਪਾਰਟ 1 ਉਹ ਸ਼ਾਰਟ ਆ, ਔਰ ਲਾਸਟ ਜਿਹੜੇ 5 ਇਹਨਾਂ ਦੇ ਨੋਨ ਬੰਦਿਆਂ ਬਾਰੇ ਦੱਸਿਆ ਗਿਆ ਉਹ ਵੀ ਘੱਟ ਹੈ। ਤਾਂ ਮਿਡਲ ਵਾਲਾ ਪਾਰਟ ਜ਼ਿਆਦਾ ਵੱਡਾ ਹੈਗਾ। ਅਤੇ ਇਹ ਮੈਂ ਸਭ ਨੂੰ ਰਿਕਮੈਂਡ ਕਰਾਂਗਾ ਕਿ ਇਹ ਕਿਤਾਬ ਪੜ੍ਹਨ। ਬਹੁਤ ਵੱਡੀ ਕਿਤਾਬ ਨਹੀਂ ਗੀ, ਅਬਾਊਟ 300 ਪੇਜਸ ਹੈ ਨੇ, ਔਰ ਇਹ ਪੜ੍ਹਨਗੇ ਤਾਂ ਪੰਜਾਬ ਬਾਰੇ, ਪੰਜਾਬੀਅਤ ਬਾਰੇ, ਔਰ ਪੰਜਾਬ ਦੇ ਕਲਚਰ, ਔਰ ਪਲੱਸ ਪੰਜਾਬੀ ਜਿਹੜੇ ਜਾਂ ਪੋਲੀਟੀਸ਼ੀਅਨ ਔਰ ਜਾਂ ਰਾਈਟਰਸ ਜਿਹੜੇ ਹੋਏ ਨੇ, ਕਿਸ ਤਰ੍ਹਾਂ ਦੇ ਬੰਦੇ ਹੋਏ ਨੇ, ਕਿਸ ਤਰ੍ਹਾਂ ਦਾ ਰਹਿਣ ਸਹਿਣ ਸੀਗਾ, ਉਹ ਸਭ ਉਹਨਾਂ ਨੂੰ ਪਤਾ ਇਹਦੇ ਬਾਰੇ ਚੱਲੇਗਾ। ਮੈਂ ਪੜ੍ਹ ਰਹੀ ਸੀ, ਕਹਿੰਦੇ ਇਹ ਕਿਤਾਬ ਕਲਚਰ ਅਤੇ ਹਿਸਟਰੀ ਬਾਰੇ ਚੰਗੀ ਹੈ। ਇਸ ਕਿਤਾਬ ਨੂੰ ਕਮਿਊਨੀਕੇਟਿਵ ਬੁੱਕ ਦਾ ਨਾਮ ਵੀ ਕਿਸੇ ਨੇ ਦਿੱਤਾ। ਕਹਿੰਦੇ ਕਿ ਉੱਥੇ ਦੇ ਪੰਜਾਬ ਦੇ ਲੋਕਾਂ ਬਾਰੇ, ਪੰਜਾਬ ਦੀ ਧਰਤੀ ਬਾਰੇ, ਪੰਜਾਬ ਦੇ ਕਲਾਈਮੇਟ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਮਿਲਦੀ ਹੈ, ਪਰ ਜੇ ਡੀਟੇਲ ਦੇ ਵਿੱਚ ਬਹੁਤੀ ਜਾਣਕਾਰੀ ਚਾਹੀਦੀ ਆ ਉਹ ਇੰਨੀ ਜ਼ਿਆਦਾ ਐਕਸਪੈਕਟ ਆਪਾਂ ਨਹੀਂ ਕਰਦੇ। ਸੁਖਵਿੰਦਰ ਜੀ, ਤੁਸੀਂ ਇਸ ਕਿਤਾਬ ਬਾਰੇ ਗੱਲ ਕੀਤੀ, ਸਾਡੇ ਸੁਣਨ ਵਾਲਿਆਂ ਨੂੰ ਮੋਟੀਵੇਟ ਕੀਤਾ ਕਿਤਾਬ ਪੜ੍ਹਨ ਦੇ ਲਈ। ਮੈਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ, ਅਤੇ ਸਾਡੇ ਸੁਣਨ ਵਾਲਿਆਂ ਦੇ ਨਾਮ ਜੇ ਕੋਈ ਹੋਰ ਸੁਨੇਹਾ ਤੁਹਾਡਾ ਹੋਵੇ ਤਾਂ ਜ਼ਰੂਰ। ਵੰਸ ਅਗੇਨ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸ਼ੇਰੇ ਪੰਜਾਬ ਦਾ ਔਰ ਤੁਹਾਡਾ ਨਵਜੋਤ ਜੀ, ਕਿ ਤੁਹਾਡੇ ਥਰੂ ਤੁਹਾਡਾ ਪ੍ਰੋਗਰਾਮ ਸੁਣ ਕੇ ਮੋਟੀਵੇਟ ਹੋਇਆ ਕਿਤਾਬਾਂ ਬਾਰੇ। ਔਰ ਤੇਜਾ ਜੀ ਦਾ ਵੀ ਮੈਂ ਸ਼ੁਕਰੀਆ ਅਦਾ ਕਰਨਾ ਜਿਨ੍ਹਾਂ ਨੇ ਮੈਨੂੰ ਕਿਤਾਬ ਪਹਿਲਾਂ ਦਿੱਤੀ, ਕਿਉਂਕਿ ਬੰਦਾ ਖਰੀਦਣ ਵਾਸਤੇ ਸਪੈਸ਼ਲੀ ਜਾਏ ਕਿਸੇ ਸਟੋਰ 'ਚ, ਲੱਭੇ ਕਿਤਾਬ ਕਿਹੜੀ ਦੇਖੇ, ਕਦੋਂ ਪੜ੍ਹੇ, ਉਹ ਨਾ ਹੋ ਕੇ ਇਮੀਡੀਏਟਲੀ ਮੇਰੇ ਹੈਂਡ 'ਚ ਆ ਗਈ ਕਿਤਾਬ, ਅਤੇ ਇਮੀਡੀਏਟ ਹੱਥ 'ਚ ਆਈ ਅਤੇ ਪੜ੍ਹੀ, ਅਤੇ ਉਹਨੇ ਮੈਨੂੰ ਮੋਟੀਵੇਟ ਕੀਤਾ ਪੜ੍ਹਨ ਵਾਸਤੇ। ਇਸੇ ਤਰ੍ਹਾਂ ਮੈਂ ਬਾਕੀਆਂ ਲਿਸਨਰਸ ਨੂੰ ਵੀ ਕਹਾਂ ਕਿ ਤੁਹਾਡਾ ਉਹ ਪ੍ਰੋਗਰਾਮ ਰੈਗੂਲਰ ਸੁਣ। ਹਰ ਪ੍ਰੋਗਰਾਮ ਤੁਹਾਡਾ 5 ਦਿਨ ਐਜੂਕੇਟ ਕਰਦਾ ਹੈ, ਹਰ ਇੱਕ ਟੌਪਿਕ ਅਲੱਗ ਆਉਂਦੇ ਨੇ ਔਰ ਉਹ ਐਜੂਕੇਟ ਕਰਦਾ ਹੈ। ਮੈਂ ਤਾਂ ਤੁਹਾਨੂੰ ਆਪਣੇ ਬਾਰੇ ਦੱਸਣਾ ਵੀ ਕੰਮ ਛੱਡ ਕੇ ਵੀ ਮਤਲਬ ਉਹ 1 2 3 ਡੈਫੀਨੇਟਲੀ ਸੁਣਨਾ ਹੈ ਪੂਰਾ ਪ੍ਰੋਗਰਾਮ, ਅਤੇ ਉਹਨੂੰ ਆਪਣੇ ਈਵਨਿੰਗ 'ਚ ਰੀਕਲੈਕਟ ਵੀ ਕਰਨਾ ਵੀ ਅੱਜ ਸੁਣਿਆ ਹੈ ਅਤੇ ਕਿਸ ਤਰ੍ਹਾਂ ਕੀ ਹੋਇਆ, ਸੋ ਦੈਟ ਕਿ ਵੀ ਉਹ ਫਿਊਚਰ ਵਾਸਤੇ ਯਾਦ ਰਹਿ ਜੇ। ਅਤੇ ਰਿਗਾਰਡਿੰਗ ਇਹ ਬੁੱਕ ਮੈਂ ਕਹਾਂਗਾ ਵੀ ਲੋਕ ਪੜ੍ਹਨ। ਹੁਣ ਮੈਂ ਇੱਕ ਤੁਹਾਨੂੰ ਦੱਸਾਂ, ਮੈਂ ਇੱਕ ਬੁੱਕ ਇਹਨਾਂ ਦੀ ਹੋਰ ਜਿਹੜੀ 5 ਬੁੱਕ ਮੈਂ ਖਰੀਦੀਆਂ, ਉਹਨਾਂ ਵਿੱਚੋਂ ਖੁਸ਼ਵੰਤ ਸਿੰਘ ਔਨ ਹਿਊਮਰ ਸਿਲੈਕਟਡ ਰਾਈਟਿੰਗਸ ਐਡੀਟਡ ਬਾਈ ਇਹਨਾਂ ਦੀ ਬੇਟੀ ਨੇ ਐਡਿਟ ਕੀਤੀ ਹੈ। ਉਹ ਹੁਣ ਨੈਕਸਟ ਬੁੱਕ ਮੈਂ ਪੜ੍ਹਾਂਗਾ, ਕਿਉਂਕਿ ਹਰ ਇੱਕ ਬੰਦਾ ਖੁਸ਼ੀ ਚਾਹੁੰਦਾ ਹੈ, ਅਤੇ ਇਹਨਾਂ ਨੇ ਹਿਊਮਰ ਦੀਆਂ ਕਿਤਾਬਾਂ ਬਹੁਤ ਲਿਖੀਆਂ, ਸਟੋਰੀਜ਼ ਲਿਖੀਆਂ, ਜੋਕਸ ਇਹਨਾਂ ਦੇ ਬਹੁਤ ਫੇਮਸ ਨੇ। ਹਰ ਮਹਿਫਿਲ 'ਚ ਜੋਕਸ ਇਹ ਦੋਵਾਂ ਹੁੰਦੇ, ਇਹ ਤਾਂ ਆਪਣੇ ਆਪ 'ਤੇ ਹੀ ਜ਼ਿਆਦਾ ਪਲੇ ਕਰਦੇ, ਕਿਸੇ ਨੂੰ ਨਹੀਂ। ਇਹਦਾ ਆਪਣੇ ਬਾਰੇ ਆਪਣੇ 'ਤੇ ਜੋਕ ਇਹਨਾਂ ਨੇ ਪਲੇ ਕਰ ਲੈਣੇ, ਅਤੇ ਇਸ ਕਰਕੇ ਇਹ ਖੁਸ਼ਵੰਤ ਸਿੰਘ ਰਾਈਟਰ, ਸੈਲਿਊਟ ਟੂ ਹਿਮ ਡੈਫੀਨੇਟਲੀ। ਔਰ ਮੈਂ ਚਾਹਵਾਂ ਵੀ ਕਿਸੇ ਵੇਲੇ ਮਤਲਬ ਤੁਸੀਂ ਇਹਨਾਂ ਦੀ ਜੋ ਐਨੀਵਰਸਰੀ ਹੋਏ ਤਾਂ ਖੁਸ਼ਵੰਤ ਸਿੰਘ 'ਤੇ ਵੀ ਪ੍ਰੋਗਰਾਮ ਲਿਆਓ ਤਾਂ ਬਹੁਤ ਅੱਛਾ ਲੱਗੇਗਾ। ਥੈਂਕ ਯੂ ਵੈਰੀ ਮੱਚ ਸ਼ੇਰੇ ਪੰਜਾਬ, ਔਰ ਤੁਹਾਨੂੰ ਬਹੁਤ ਧੰਨਵਾਦ। ਤੁਹਾਡੀ ਇਹ ਜਿਹੜੀ ਰੀਡਿੰਗ ਦੀ ਜਰਨੀ ਸ਼ੁਰੂ ਹੋਈ ਹੈ, ਮੈਂ ਤੁਹਾਨੂੰ ਉਹਦੇ ਲਈ ਮੁਬਾਰਕਾਂ ਦਿੰਦੀ ਹਾਂ ਅਤੇ ਗੁੱਡ ਲੱਕ ਕਹਿੰਦੀ ਹਾਂ। ਅੱਗੋਂ ਹੋਰ ਖੁਸ਼ਵੰਤ ਸਿੰਘ ਤੋਂ ਇਲਾਵਾ ਵੀ ਕੁਝ ਪੜ੍ਹਨ ਦਾ ਪਲਾਨ ਹੈਗਾ? ਮੈਂ ਮੁਲਕ ਰਾਜ ਆਨੰਦ ਦੀ ਵੀ ਕਿਤਾਬ ਪੜ੍ਹੀ ਹੈ, ਲੇਕਿਨ ਹੋਰ ਵੀ ਅੱਗੇ ਪੜ੍ਹਾਂਗਾ। ਪਹਿਲਾਂ ਇਹਨਾਂ ਦੀਆਂ ਬੁੱਕਸ, ਹੁਣ 58 ਬੁੱਕਸ ਮੈਂ ਦੇਖੀਆਂ ਇਹਨਾਂ ਨੇ ਲਿਖੀਆਂ, ਔਰ ਪੈਂਗੁਇਨ ਨੇ ਇਹਦੀ ਪਬਲਿਸ਼ ਕੀਤੀਆਂ ਨੇ। ਬਹੁਤ ਅੱਛਾ ਕੋਈ ਰਾਈਟਰ ਹੋਏ ਤਾਂ ਹੀ ਉਹ ਪਬਲਿਸ਼ ਕਰਦੀ ਹੈ, ਅਤੇ ਇਹਨਾਂ ਦੀਆਂ 58 ਬੁੱਕਸ ਪਹਿਲਾਂ ਮਤਲਬ ਪੜ੍ਹ ਕੇ ਖ਼ਤਮ ਕਰਾਂਗਾ, ਤਾਂ ਫਿਰ ਹੋਰ ਮੈਂ ਅੱਗੇ ਦੇਖਾਂਗਾ।
ਲੁੱਕ ਫਾਰਵਰਡ ਕਰਦੇ ਹਾਂ ਕਿ ਤੁਸੀਂ ਕੋਈ ਹੋਰ ਕਿਤਾਬ ਪੜ੍ਹੋ, ਉਹਦਾ ਜ਼ਿਕਰ ਵੀ ਸਾਡੇ ਨਾਲ ਜ਼ਰੂਰ ਕਰੋ। ਖੁਸ਼ਵੰਤ ਸਿੰਘ ਦੀ ਜਾਂ ਖੁਸ਼ਵੰਤ ਸਿੰਘ ਹੋਣਾ ਤੋਂ ਇਲਾਵਾ ਜੇ ਕੋਈ ਕਿਤਾਬ ਚੰਗੀ ਤੁਹਾਡੇ ਹੱਥ ਲੱਗਦੀ ਹੈ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਥੈਂਕ ਯੂ। ਅਖੀਰ 'ਚ ਸੁਣਨ ਵਾਲਿਆਂ ਨੂੰ ਮੈਂ ਇੰਨੀ ਜ਼ਰੂਰ ਗੁਜ਼ਾਰਿਸ਼ ਕਰਦੀ ਹਾਂ ਕਿ ਜਿਵੇਂ ਅੱਜ ਸਾਡੇ ਇਹ ਲਿਸਨਰ ਅੱਜ ਰੀਡਰ ਬਣ ਕੇ ਸਾਡੇ ਨਾਲ ਆਏ ਆ, ਮੈਂ ਉਮੀਦ ਕਰਦੀ ਹਾਂ ਕਿ ਆਉਂਦੇ ਦਿਨਾਂ ਦੇ ਵਿੱਚ ਤੁਸੀਂ ਵੀ ਇਹ ਪਹਿਲ ਕਦਮੀ ਜ਼ਰੂਰ ਕਰੋਗੇ। ਜੇ ਕੋਈ ਚੰਗੀ ਕਿਤਾਬ ਪੜ੍ਹਦੇ ਹੋ ਤਾਂ ਜ਼ਰੂਰ ਉਹਦਾ ਜ਼ਿਕਰ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਕਰੋ, ਅਤੇ ਜੇ ਚੰਗੀ ਕਿਤਾਬ ਪੜ੍ਹਨ ਦੀ ਪਲਾਨ ਕਰਦੇ ਹੋ ਉਹ ਵੀ ਬਹੁਤ ਵਧੀਆ ਗੱਲ ਹੈ। ਕਿਤਾਬ ਨੂੰ ਗਿਫਟ ਕਰਨ ਦਾ ਤੁਸੀਂ ਸੋਚਦੇ ਹੋ, ਉਹ ਵੀ ਗਿਫਟ ਕਰਨ ਦਾ ਜਿਹੜਾ ਸਿਲਸਿਲਾ ਹੈ ਉਹ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ। ਆਮ ਕਰਕੇ ਇਹ ਦੇਖਿਆ ਜਾਂਦਾ ਕਿ ਕਿਤਾਬਾਂ ਅਸੀਂ ਕਈ ਵਾਰ ਇੱਕ ਸ਼ੋ ਪੀਸ ਦੀ ਤਰ੍ਹਾਂ ਵੀ ਆਪਣੇ ਘਰ ਦੇ ਵਿੱਚ ਰੱਖ ਲੈਂਦੇ ਹਾਂ। ਬਹੁਤ ਸਾਰੀਆਂ ਕਿਤਾਬਾਂ ਪਈਆਂ ਹੁੰਦੀਆਂ ਪਰ ਪੜ੍ਹਨ ਦਾ ਅਸੀਂ ਕਹਿੰਦੇ ਸਮਾਂ ਨਹੀਂ ਮਿਲਦਾ। ਕਿਤਾਬਾਂ ਪੜ੍ਹਨ ਦਾ ਸਮਾਂ ਕੱਢਿਆ ਜਾ ਸਕਦਾ ਹੈ। ਇਹ ਦੇਖੋ ਕਿ ਕਿੰਨੀ ਕੁ ਵਾਰੀ ਕਿਹੜੇ ਕਿਹੜੇ ਮੌਕਿਆਂ 'ਤੇ ਤੁਸੀਂ ਬੇਵਜ੍ਹਾ ਹੀ ਆਪਣਾ ਸੈੱਲਫੋਨ ਖੋਲ੍ਹ ਕੇ ਬੈਠ ਜਾਂਦੇ ਹੋ। ਆਪਣਾ ਸਮਾਂ ਜੇ ਕੱਢਣ ਦੀ ਗੱਲ ਹੈ ਅਤੇ ਉਹਨੂੰ ਤੁਸੀਂ ਟਾਈਮ ਕਰਕੇ ਦੇਖੋ ਕਿ ਕਿੰਨੇ ਸਮੇਂ ਤੁਸੀਂ ਜਿਹੜਾ ਬੇਵਜ੍ਹਾ ਫੋਨ ਖੋਲ੍ਹ ਕੇ ਬੈਠ ਗਏ। ਬੇਸ਼ੱਕ ਫੋਨ ਦਾ ਅਤੇ ਕਿਤਾਬ ਦਾ ਕੋਈ ਕੰਪੈਰੀਜ਼ਨ ਨਹੀਂ ਹੈ, ਮੈਂ ਗੱਲ ਕਰ ਰਹੀ ਹਾਂ ਟਾਈਮ ਕੱਢਣ ਦੀ। ਬਹੁਤ ਸਾਰੇ ਲੋਕ ਤੁਸੀਂ ਦੇਖੇ ਹੋਣਗੇ ਕਿ ਜਦੋਂ ਮੌਕਾ ਮਿਲਦਾ ਕਿਤੇ ਬੱਸ ਵਿੱਚ ਬੈਠੇ ਆ, ਟਰੈਵਲ ਕਰ ਰਹੇ ਆ, ਜਦੋਂ ਕਿਸੇ ਰੈਸਟੋਰੈਂਟ ਦੇ ਵਿੱਚ ਆ ਜਾਂ ਕਿਸੇ ਚੀਜ਼ ਦਾ ਤੁਸੀਂ ਵੇਟ ਕਰ ਰਹੇ ਹੋ, ਕਿਸੇ ਵਿਅਕਤੀ ਦਾ ਵੇਟ ਕਰ ਰਹੇ ਹੋ, ਉਹ ਆਪਣੇ ਨੇੜੇ ਇੱਕ ਕਿਤਾਬ ਰੱਖਦੇ ਆ। ਉਸ ਟਾਈਮ ਨੂੰ ਯੂਟੀਲਾਈਜ਼ ਕਰਨ ਦੇ ਲਈ ਉਸ ਕਿਤਾਬ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਆ। ਇਹ ਕੀਤਾ ਜਾ ਸਕਦਾ ਹੈ। ਆਪਾਂ ਲੱਗਦਾ ਤਾਂ ਜ਼ਰੂਰ ਹੈ ਕਿ ਕਿਤਾਬ ਪੜ੍ਹਨਾ ਸ਼ਾਇਦ ਸਮਾਂ ਜਿਹੜਾ ਉਹ ਬਹੁਤ ਜ਼ਾਇਆ ਨਹੀਂ ਹੁੰਦਾ। ਯੂਟੀਲਾਈਜ਼ ਕਰਦੇ ਹਾਂ ਆਪਾਂ ਸਮੇਂ ਨੂੰ। ਦੂਸਰੀ ਗੱਲ ਇਹ ਹੈ, ਸ਼ੁਰੂਆਤ ਕਰਨਾ ਕਈ ਵਾਰ ਔਖਾ ਲੱਗਦਾ। ਉਹ ਇੰਨੇ ਸਾਲ ਪਹਿਲਾਂ ਅਸੀਂ ਪੜ੍ਹਦੇ ਹੁੰਦੇ ਸੀ, ਹੁਣ ਕਿੱਥੇ ਪੜ੍ਹਿਆ ਜਾਣਾ। ਪਰ 2-4 ਪੇਜ ਡੇਲੀ ਦੇ ਪੜ੍ਹੇ ਜਾ ਸਕਦੇ ਆ। ਅਤੇ ਕਿਤਾਬਾਂ ਕਿਹੋ ਜਿਹੀਆਂ ਤੁਸੀਂ ਪਸੰਦ ਕਰਦੇ ਹੋ, ਚੋਇਸ ਤੁਹਾਡੀ ਆਪਣੀ ਆ। ਅੱਜ ਦੇ ਇਸ ਪ੍ਰੋਗਰਾਮ ਨੂੰ ਸੁਖਵਿੰਦਰ ਧਾਲੀਵਾਲ ਹੋਣਾ ਦੇ ਨਾਲ ਗੱਲਬਾਤ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਇੱਕ ਹੋਰ ਗੱਲਬਾਤ ਮੈਂ ਤੁਹਾਡੇ ਨਾਲ ਛੇੜਾਂਗੀ, ਜਿਸ 'ਚ ਤੁਸੀਂ ਵੀ ਸ਼ਾਮਿਲ ਹੋ ਸਕੋਗੇ। 6042040600 ਸਾਡਾ ਟੈਲੀਫੋਨ ਨੰਬਰ ਰਹੇਗਾ।